वाहिगुरु जी का खालसा वाहिगुरु जी की फतेह। दंडोत बंदन अनेक बार, सरब कला समरथ। दोलन तेरा को प्रभु, नानक दे कर नानक दे कर बारिने बलिहारिने लख बलिया, बारिने बलिहारिने लख बलिया। बारिने बलिहारिने लख बलिया, बारिने बलिहारिने लख बलिया। नमो 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 नमो, नाम साहिब को प्राण तरिया। बारिने बलिहारिने लख बलिया, बारिने बलिहारिने लख बलिया। कर्ण करावन तू ही, तू संत की मीटे। कर्ण करावन तू ही, तू संत की मीटे। राजो बने प्रभु तू धनी, तू निर्गुण तू सरे मुनि। राजो बने प्रभु तू धनी, तू निर्गुण तू सरे मुनि। नाम साहिब को प्राण तरिया। बारिने बलिहारिने लख बलिया, बारिने बलिहारिने लख बलिया। नमो 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 नाम साहिब को प्राण तरिया। बारिने बलिहारिने लख बलिया, बारिने बलिहारिने लख बलिया। तुम रखे गुर कृपा के को लखे। तुम रखे गुर कृपा के को लखे। अंदर जाने काम सजा, नानक तकिया तू ही तार।
अंतर्यामी प्रभु सुजान, नानक तकिया गीता, नाम साहिब को प्राणे उतरिया। बारिन बलिहारी लख बरिया, बारिन बलिहारी लख बरिया। नमो 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 नमो, नाम साहिब को प्राणे उतरिया। लख बरिया, बारिन बलिहारी लख बरिया, बारिन बलिहारी लख बरिया। वाहिगुरु जी का खालसा, वाहिगुरु जी की फतेह। प्रभुजोत मैम टाटा माइक ऑफ है। हाँ जी प्रभजोत भैन जी इंट्रोडक्शन दियो। हेलो, वाहिगुरु जी का खालसा, वाहिगुरु जी की फतेह। प्रभुजोत मैम टाटा कुछ बोलते पे पर माइक ऑफ किया उन्होंने। मैम माइक ऑन कर लो तुसी। मेरा माइक तो ऑन हैगा। नहीं प्रभुजोत मैम बोलते पे पर माइक ऑफ किया उन्होंने। ਉਹਨਾਂ ਨੂੰ ਫੋਨ ਕਰ ਦਿਓ ਫਿਰ ਤੁਸੀਂ ਅਲੱਗ ਤੋਂ। ਹਾਂਜੀ ਭੈਣ ਜੀ, ਪ੍ਰਭਜੋਤ ਭੈਣ ਜੀ ਤੁਹਾਡਾ ਮਾਈਕ ਆਫ ਹੈ। ਸਾਧ ਸੰਗਤ ਜੀ, ਜਦੋਂ ਤੱਕ ਪ੍ਰਭਜੋਤ ਮੈਡਮ ਦਾ ਮਾਈਕ ਆਫ ਹੈ, ਮੈਂ ਤੁਹਾਨੂੰ ਥੋੜੀ ਜਿਹੀ ਇੰਟਰੋਡਕਸ਼ਨ ਦੇ ਰਹੀ ਹਾਂ ਕਿ ਅੱਜ ਪਿਛਲੇ ਹਫਤੇ ਜਿਵੇਂ ਆਪਾਂ ਨੇ ਕੀਤਾ ਸੀ ਵਿਵੇਕ ਦਾਨ ਦੇ ਉੱਤੇ ਆਪਾਂ ਨੇ ਥੋੜੇ ਜਿਹੇ ਵਿਚਾਰ ਪੇਸ਼ ਕੀਤੇ ਸੀ ਸਾਰਿਆਂ ਨੇ ਰਲ ਮਿਲ ਕੇ। ਤੇ ਅੱਜ ਅਸੀਂ ਉਹਨਾਂ 7 ਦਾਨਾਂ ਦੇ ਵਿੱਚੋਂ ਜਿਹੜੇ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਗੁਰੂ ਸਾਹਿਬ ਦੇ ਕੋਲੋਂ ਅਸੀਂ ਮੰਗਦੇ ਹਾਂ, ਉਹਨਾਂ ਦੇ ਵਿੱਚੋਂ ਜੋ ਅਗਲਾ ਅਸੀਂ ਟੌਪਿਕ ਲਿਆ ਹੈ ਉਹ ਹੈ ਭਰੋਸਾ ਦਾਨ ਦਾ। ਪਿਛਲੀ ਵਾਰੀ ਅਸੀਂ ਡਿਸਕਸ ਕੀਤਾ ਸੀ ਵਿਵੇਕ ਦਾਨ ਦੇ ਬਾਰੇ ਤੇ ਅੱਜ ਭਰੋਸਾ ਦਾਨ। ਵਿਵੇਕ ਦਾਨ 'ਚ ਹੈ ਕਿ ਵਿਵੇਕ ਬੁੱਧੀ ਹੈ, ਵਾਹਿਗੁਰੂ ਜੀਓ ਸਾਨੂੰ ਇਹੋ ਜਿਹੀ ਬੁੱਧੀ ਦਿਓ ਜਿਹਦੇ ਨਾਲ ਅਸੀਂ ਚੰਗੇ ਮੰਦੇ ਦੀ ਪਹਿਚਾਣ ਕਰ ਸਕੀਏ। ਤੇ ਅੱਜ ਅਸੀਂ ਇਹ ਅਰਦਾਸ ਕਰਨੀ ਹੈ, ਵੈਸੇ ਤਾਂ ਅਸੀਂ ਰੋਜ਼ ਹੀ ਕਰਦੇ ਹਾਂ ਪਰ ਹੁਣ ਇਸ ਕਲਾਸ ਦੇ ਵਿੱਚ ਅਸੀਂ ਸਪੈਸ਼ਲ ਅੱਜ ਇਹ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ ਜੀ, ਹੇ ਗੁਰੂ ਜੀ, ਸਾਨੂੰ ਤੁਸੀਂ ਭਰੋਸੇ ਦੀ ਦਾਤ ਬਖਸ਼ੋ। ਇਸ ਦੇ ਉੱਤੇ ਤੁਹਾਡੇ ਕੋਲ ਜੋ ਤੁਹਾਡੇ ਅੱਗੇ ਜੋ ਵਿਚਾਰ ਪੇਸ਼ ਕਰਨ ਲਈ ਅੱਜ ਜੋ ਸਾਡੀ ਸ਼ਖਸੀਅਤ ਹਾਜ਼ਰ ਹਨ ਉਹ ਹਨ ਕੁਲਵਿੰਦਰ ਕੌਰ ਜੀ ਜਲੰਧਰ ਤੋਂ। ਇਹਨਾਂ ਨੇ ਕੁਲਵਿੰਦਰ ਕੌਰ ਭੈਣ ਜੀ ਇਹ ਮਿਊਜ਼ਿਕ ਦੇ ਲੈਕਚਰਰ ਨੇ ਸਕੂਲ ਦੇ ਵਿੱਚ, MA ਮਿਊਜ਼ਿਕ ਹਨ ਅਤੇ ਇਹਨਾਂ ਨੇ ਇੱਕ ਬੱਚਿਆਂ ਦੀ ਅਕੈਡਮੀ ਵੀ ਬਣਾਈ ਹੋਈ ਹੈ ਜਿਸ ਦਾ ਨਾਮ ਹੈ ਸਰਗਮ ਅਕੈਡਮੀ, ਜਿਹਦੇ ਵਿੱਚ ਇਹ ਕੀਰਤਨ ਅਤੇ ਗੁਰਮਤਿ ਦੀ ਸਿਖਲਾਈ ਬੱਚਿਆਂ ਨੂੰ ਦਿੰਦੇ ਹਨ ਅਤੇ ਕਈ ਸੰਸਥਾਵਾਂ ਨਾਲ ਜੁੜੇ ਹੋਏ ਹਨ, ਜਿਸ ਤਰ੍ਹਾਂ ਕਿ ਗੁਰਮਤਿ ਪ੍ਰਚਾਰ ਸਭਾ ਜੋ ਭਾਈ ਵੀਰ ਸਿੰਘ ਜੀ ਦੇ ਨਾਲ ਨਾਮ ਦੇ ਨਾਲ ਜੁੜੀ ਹੋਈ ਹੈ, ਉਹਦੇ ਐਕਟਿਵ ਮੈਂਬਰ ਹਨ ਅਤੇ ਉੱਥੇ ਵੀ ਇਹ ਭਾਗ ਲੈਂਦੇ ਹਨ, ਕੰਪੀਟੀਸ਼ਨਸ ਕਰਵਾਉਂਦੇ ਹਨ, ਕਲਾਸਾਂ ਲੈਂਦੇ ਹਨ ਅਤੇ ਜਲੰਧਰ ਦੇ ਵਿੱਚ ਲੋਕਲ ਜੱਥੇ ਦੀਆਂ ਬੀਬੀਆਂ ਦੇ ਕੀਰਤਨ ਸਿਖਾਉਣ ਦੀ ਸੇਵਾ ਕਰਦੇ ਹਨ। ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਵਿੱਚ ਹਾਜ਼ਰ ਹਨ ਅਤੇ ਸਾਨੂੰ ਅੱਜ ਇਹ ਆਪਣੇ ਵਿਚਾਰ ਭਰੋਸਾ ਦਾਨ ਦੇ ਉੱਤੇ ਰੱਖਣਗੇ। ਆਓ ਸਾਰੇ ਅਸੀਂ ਇਹਨਾਂ ਦੇ ਵਿਚਾਰ ਸੁਣੀਏ। ਕੁਲਵਿੰਦਰ ਕੌਰ ਜੀ ਆਪਣਾ ਮਾਈਕ ਤੇ ਵੀਡੀਓ ਔਨ ਕਰ ਲਵੋ ਅਤੇ ਸੰਗਤਾਂ ਨੂੰ ਦਰਸ਼ਨ ਦਿਓ ਅਤੇ ਆਪਣੇ ਅਨਮੁੱਲੇ ਵਿਚਾਰ ਪੇਸ਼ ਕਰੋ। ਆਓ ਜੀ।
ਕੁਲਵਿੰਦਰ ਕੌਰ ਜੀ ਆਪਣਾ ਮਾਈਕ ਤੇ ਵੀਡੀਓ ਔਨ ਕਰਕੇ ਆਪਣਾ ਤੁਸੀਂ ਵਿਚਾਰ ਪੇਸ਼ ਕਰਨੇ ਸ਼ੁਰੂ ਕਰੋ ਜੀ। ਮੈਮ ਤੁਹਾਡਾ ਮਾਈਕ ਆਫ ਹੈ। ਕੁਲਵਿੰਦਰ ਕੌਰ ਜੀ ਤੁਹਾਡਾ ਮਾਈਕ ਆਫ ਹੈ ਜੀ। हाँ जी कुलविंदर कौर जी नहीं आ रहे, कोई प्रॉब्लम हो गई, आवाज भी नहीं आ रही। रबजोत भैन जी हैगे ने इत्थे? ਜਦੋਂ ਤੱਕ ਕੁਲਵਿੰਦਰ ਭੈਣ ਜੀ ਨਹੀਂ ਆਉਂਦੇ ਉਨੀ ਦੇਰ ਤੱਕ ਮੈਂ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੀ ਹਾਂ। ਮੇਰਾ ਖਿਆਲ ਹੈ ਆਗੇ ਕਿ ਮੈਮ ਉਹਨਾਂ ਨੇ ਜੁਆਇਨ ਕਰ ਲਿਆ ਹੈ। ਹਾਂਜੀ ਕੁਲਵਿੰਦਰ ਕੌਰ ਜੀ ਆਪਣਾ ਮਾਈਕ ਤੇ ਵੀਡੀਓ ਔਨ ਕਰੋ ਜੀ। ਵੀਡੀਓ ਔਨ ਹੈ ਤੁਹਾਡੀ, ਮਾਈਕ ਔਨ ਕਰ ਲਓ। ਸਾਧ ਸੰਗਤ ਜੀ ਆਪਾਂ ਰੋਜ਼ ਅਰਦਾਸ ਕਰਦੇ ਹਾਂ ਜਿਹਦੇ ਵਿੱਚ ਆਪਾਂ ਹਰ ਰੋਜ਼ ਕਹਿੰਦੇ ਹਾਂ ਕਿ ਅਕਾਲ ਪੁਰਖ ਜੀ ਸਾਨੂੰ ਸਿੱਖਾਂ ਨੂੰ ਸਿੱਖੀ ਦਾਨ ਬਖਸ਼ੋ, ਨਾਮ ਦਾਨ ਬਖਸ਼ੋ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ ਤੇ ਉਸ ਤੋਂ ਬਾਅਦ ਹੈ ਭਰੋਸਾ ਦਾਨ। ਜੋਤੀ ਭੈਣ ਜੀ ਨੇ ਜੁਆਇਨ ਕਰ ਲਿਆ। ਭੈਣ ਜੀ ਤੁਸੀਂ ਬੋਲੋ ਜੀ। ਹਾਂਜੀ ਹਾਂਜੀ ਮੇਰਾ ਨਾ ਪਤਾ ਨਹੀਂ ਕੰਪਿਊਟਰ हैंग हो गया सी या कि माइक इस ਵੇਲੇ आवाज सुनाई दे रही मेरी जी? ਹਾਂਜੀ ਸੁਣਾਈ ਦੇ ਰਹੀ ਹੈ, ਤੁਸੀਂ ਬੋਲੋ ਜੀ। ਇੰਟਰੋਡਕਸ਼ਨ ਮੈਂ ਦੇ ਦਿੱਤੀ ਹੈ ਕੁਲਵਿੰਦਰ ਕੌਰ ਜੀ ਦੀ, ਉਹਨਾਂ ਦਾ ਵੀ ਸ਼ਾਇਦ ਜੁਆਇਨ ਨਹੀਂ ਹੋ ਰਿਹਾ। ਤੁਸੀਂ ਥੋੜਾ ਬਹੁਤਾ ਆਪਣੇ ਵਿਚਾਰ ਪੇਸ਼ ਕਰੋ, ਉਹਨਾਂ ਨੂੰ ਉਹ ਜੁਆਇਨ ਕਰ ਲੈਣਗੇ। ठीक है जी बच्चों, मैडम ਦਰਸ਼ਨਜੋਤ ਨੇ ਤੁਹਾਨੂੰ ਗੱਲ ਇੰਟਰੋਡਕਸ਼ਨ ਦਿੱਤੀ ਹੈ, ਗੱਲ ਸ਼ੁਰੂ ਕੀਤੀ ਹੈ ਕਿ ਅਸੀਂ ਰੋਜ਼ ਅਰਦਾਸ ਕਰਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਫਿਰ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ। ਸੋ ਇਹ ਅਰਦਾਸ ਅਸੀਂ ਰੋਜ਼ ਕਰਦੇ ਹਾਂ ਬੱਚਿਓ। ਜਿਹੜੀ ਅਸੀਂ ਅਰਦਾਸ ਕਰਦੇ ਹਾਂ ਨਾ, ਸਾਨੂੰ ਉਹਦੀ ਭਾਵਨਾ ਪਤਾ ਹੋਣੀ ਚਾਹੀਦੀ ਹੈ। ਜਿੰਨੀ ਦੇਰ ਤੱਕ ਉਸਦੀ ਭਾਵਨਾ ਨਹੀਂ ਪਤਾ ਹੁੰਦੀ, ਉਹ ਸਾਡੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਹ ਅਰਦਾਸ ਨਹੀਂ ਨਿਕਲ ਸਕਦੀ। ਸੋ ਇਹ ਜਿਹੜੇ 7 ਦਾਨ ਨੇ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਇਹ ਸਾਰੇ ਜਿਹੜੇ ਹੈਗੇ ਨੇ ਜੀ 7 ਦਾਨ ਮੰਗੇ ਨੇ। ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹਨਾਂ ਦਾ ਮੀਨਿੰਗ ਕੀ ਹੈ, ਇਹ ਕੀ ਕਿਉਂ ਅਸੀਂ ਮੰਗਦੇ ਹਾਂ। ਵਿਵੇਕ ਦਾਨ ਦੀ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀ। ਵਿਵੇਕ ਇਜ਼ ਵਿਜ਼ਡਮ, ਡਿਵਾਈਨ ਵਿਜ਼ਡਮ। ਅਸੀਂ ਪਿਛਲੇ ਹਫਤੇ ਗੱਲ ਕੀਤੀ ਸੀ ਕਿ ਇੱਕ ਹੁੰਦਾ ਗਿਆਨ, ਇੱਕ ਹੁੰਦਾ ਵਿਜ਼ਡਮ। ਵਿਜ਼ਡਮ ਸਾਨੂੰ ਗੁਰੂ ਦੇ ਨਾਲ ਮਿਲਾਉਂਦੀ ਹੈ, ਜਿਹੜਾ ਡਿਵਾਈਨ ਵਿਜ਼ਡਮ, ਵਿਜ਼ਡਮ ਹੀ ਨਹੀਂ ਡਿਵਾਈਨ ਵਿਜ਼ਡਮ। ਸੋ ਅਕਲ ਦੀ ਗੱਲ, ਵਿਵੇਕ ਦੀ ਗੱਲ ਗੁਰੂ ਸਾਹਿਬ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਹੈ। ਸੋ ਇਸ ਤੋਂ ਬਾਅਦ ਭਰੋਸੇ ਦੀ ਗੱਲ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤੀ ਗਈ ਹੈ। ਭਰੋਸਾ ਜੇ ਸਾਰੇ ਬੱਚਿਆਂ ਨੂੰ ਮੈਂ ਇੱਕ ਬੁੱਕ ਇੰਟਰੋਡਿਊਸ ਕਰਵਾਉਣੀ ਚਾਹਾਂਗੀ, ਡਾਕਟਰ ਜਸਵੰਤ ਸਿੰਘ ਨੇਕੀ ਦੀ ਕਿਤਾਬ ਹੈ ਅਰਦਾਸ ਦੇ ਉੱਤੇ। ਉਹਨਾਂ ਨੇ ਅਰਦਾਸ ਦੇ ਵਿੱਚ ਜਿੰਨੇ ਵੀ ਸ਼ਬਦ ਬੋਲੇ ਗਏ ਹਨ, ਉਹਨਾਂ ਸ਼ਬਦਾਂ ਦਾ ਇੱਕ ਇੱਕ ਦੋ ਪੇਜਸ ਦੇ ਵਿੱਚ ਮੀਨਿੰਗ ਦੱਸੇ ਹਨ। ਸੋ ਉਹ ਭਰੋਸਾ ਦਾਨ ਦੀ ਜਦੋਂ ਗੱਲ ਕਰਦੇ ਹਨ ਤੇ ਉਹ ਭਰੋਸਾ ਸ਼ਬਦ ਕਹਿੰਦੇ ਹਨ ਭਦਰ ਪਲੱਸ ਆਸ। ਭਦਰ ਕੀ ਹੁੰਦਾ ਹੈ? ਚੰਗਾ ਇਨਸਾਨ ਹੋਣਾ, ਚੰਗੀ ਆਸ, ਚੰਗੀ ਆਸ। ਸੋ ਭਰੋਸਾ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਸਾਡੇ ਮਨ ਵਿੱਚ ਚੰਗੀ ਆਸ ਹੋਵੇ। ਮਾੜੀ ਆਸ ਦੇ ਲਈ ਅਸੀਂ ਭਰੋਸਾ ਨਹੀਂ ਕਰ ਸਕਦੇ। ਅਸੀਂ ਇਹ ਭਰੋਸਾ ਨਹੀਂ ਕਰ ਸਕਦੇ ਕਿ ਕਿਸੇ ਹੋਰ ਦਾ ਨੁਕਸਾਨ ਹੋਵੇ। ਅਸੀਂ ਚੰਗੀ ਗੱਲ ਲਈ ਜਦੋਂ ਅਸੀਂ ਆਸ ਕਰਦੇ ਹਾਂ, ਫਿਰ ਸਾਡੇ ਮਨ ਵਿੱਚ ਵਿਸ਼ਵਾਸ ਹੋਵੇ ਕਿ ਉਹ ਅਕਾਲ ਪੁਰਖ ਸੱਚਾ ਹੈ ਤੇ ਹਮੇਸ਼ਾ ਸੱਚ ਦੀ ਸੁਣਦਾ ਹੈ, ਹਮੇਸ਼ਾ ਸੱਚੇ ਦੇ ਨਾਲ ਜੁੜਦਾ ਹੈ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤਾਂ ਉਸ ਵੇਲੇ ਸਾਨੂੰ ਭਰੋਸਾ ਹੁੰਦਾ ਕਿ ਗੁਰੂ ਦੀ ਮਿਹਰ ਦਾ ਭਰੋਸਾ ਹੁੰਦਾ ਹੈ। ਉਹ ਉਦੋਂ ਹੀ ਹੁੰਦਾ ਹੈ ਜਦੋਂ ਸਾਡੀ ਆਸ ਚੰਗੀ ਹੋਵੇ। ਸੋ ਅੱਜ ਅਸੀਂ ਭਰੋਸੇ ਦੀ ਗੱਲ ਕਰਨ ਲੱਗੇ ਹਾਂ। ਭਰੋਸੇ ਤੋਂ ਬਿਨਾਂ ਗੱਲ ਨਹੀਂ ਬਣਦੀ। ਤੇਰਾ ਭਰਵਾਸਾ, ਤੇਰੀ ਟੇਕ,
तेरा आधारा, ठीक है, मैं अंधले की टेक, तेरा नाम खुद पुकारा, ठीक है, तू था अपार अत ऊंचा, कोई और न तेरी भाते, ए अरदास तुम्हार हमारी स्वामी, विसर नहीं सुख दाते। सो ਇਹ ਅਰਦਾਸ ਵੀ ਵਿਸਰ ਨਹੀਂ, ਇਹੀ ਇਸ ਦੀ ਹੀ ਅਸੀਂ ਗੱਲ ਕਰਨੀ ਹੈ। ਸੋ ਇਹ ਭਰੋਸਾ ਅਰਦਾਸ ਨੂੰ ਵੀ ਫਲ ਤਾਂ ਹੀ ਲੱਗਦਾ ਹੈ ਜੇ ਭਰੋਸਾ ਹੋਵੇ। ਹੁਣ ਕਈ ਵਾਰੀ ਇਹ ਐਸੀ ਗੱਲ ਹੋ ਜਾਂਦੀ ਹੈ ਕਿ ਅਸੀਂ ਅਰਦਾਸ ਰੱਖਦੇ ਹਾਂ, ਕਰਦੇ ਹਾਂ, ਪਰ ਉਹ ਅਰਦਾਸ ਪੂਰੀ ਨਹੀਂ ਹੁੰਦੀ, ਸਾਡੇ ਮਨ ਵਿੱਚ ਸ਼ੱਕ ਆ ਜਾਂਦੇ ਹਨ ਕਿ ਇਹ ਭਰੋਸਾ ਹੈ ਜਿਹੜਾ ਸਾਡਾ, ਤਾਂ ਜੀ ਭਰੋਸਾ ਟੁੱਟ ਗਿਆ। ਸੋ ਭਰੋਸਾ ਟੁੱਟਣ ਦਾ ਮਤਲਬ ਇਹ ਹੈ ਕਿ ਸਾਡਾ ਪੂਰਾ ਭਰੋਸਾ ਨਹੀਂ ਸੀ। ਭਰੋਸੇ ਦਾ ਮਤਲਬ ਇਹ ਹੈ ਕਿ ਗੁਰੂ ਨੇ ਅਰਦਾਸ ਸੁਣਨੀ ਹੀ ਸੁਣਨੀ ਹੈ। ਦੇਖੋ ਜਿਵੇਂ ਅਸੀਂ ਅਰਦਾਸ ਦੇ ਵਿੱਚ ਇਹ ਸ਼ਬਦ ਆਏ ਸਨ 1947 ਤੋਂ ਬਾਅਦ ਆਏ ਸੀ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਨੂੰ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਨਾਮ ਬਖਸ਼ੋ। ਹਾਂਜੀ ਪਹੁੰਚ ਗਏ ਜੀ ਕੁਲਵਿੰਦਰ ਕੌਰ ਜੀ, ਕੁਲਵਿੰਦਰ ਕੌਰ ਜੀ ਪਹੁੰਚ ਗਏ, ਆਵਾਜ਼ ਆ ਰਹੀ ਹੈ ਬਾਬਾ? ਹਾਂਜੀ ਆਵਾਜ਼ ਆ ਰਹੀ ਹੈ? ਮੈਂ ਖਾਣਾ ਪੂਰਤੀ ਕਰ ਰਹੀ ਸੀ ਕਿ ਜਿੰਨੀ ਦੇਰ ਤੱਕ ਤੁਸੀਂ ਨਹੀਂ ਆਉਂਦੇ ਜੋ ਕੁਝ ਮੈਨੂੰ ਪਤਾ ਹੈ ਮੈਂ ਉਹਦੀ ਗੱਲ ਕਰਾਂ। ਸੋ ਹਾਂਜੀ ਬੱਚਿਓ, ਕੁਲਵਿੰਦਰ ਕੌਰ ਜੀ ਪਹੁੰਚ ਗਏ ਨੇ, ਉਹਨਾਂ ਨੇ ਜੁਆਇਨ ਕਰ ਲਿਆ। ਵੀ ਵੈਲਕਮ ਹਰ। ਸ਼ੀ ਇਜ਼ ਅ person who is taking classes in music and ਗੁਰਬਾਣੀ and ਗੁਰਮਤ, ਆਪਣਾ ਇੰਸਟੀਚਿਊਟ ਵੀ ਖੋਲਿਆ ਹੋਇਆ। ਸੋ ਅੱਜ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ, ਵੈਸੇ ਦਰਸ਼ਨ ਜੋਤ ਦੀ ਕਾਫੀ ਇੰਟਰੋਡਕਸ਼ਨ ਦੇ ਚੁੱਕੇ ਨੇ, ਮੈਂ ਕਿਹਾ ਪਤਾ ਨਹੀਂ ਇਹਨਾਂ ਨੇ ਸੁਣੀ ਹੈ ਜਾਂ ਨਹੀਂ ਸੁਣੀ, ਬੱਚਿਆਂ ਨੂੰ ਵੀ ਪਤਾ ਹੋਣਾ ਚਾਹੀਦਾ। ਸੋ ਕੁਲਵਿੰਦਰ ਕੌਰ ਜੀ ਤੁਸੀਂ ਪਲੀਜ਼ ਯੂ ਸਟਾਰਟ ਐਂਡ ਯੂ ਟੇਕ ਓਵਰ। ਧੰਨਵਾਦ ਜੀ ਗੁੱਤੀ ਭੈਣ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੱਚਿਓ, ਮੈਨੂੰ ਅੱਜ ਡਿਊਟੀ ਮਿਲੀ ਹੈ ਭਰੋਸਾ ਦਾਨ ਦੇ ਉੱਤੇ ਬੋਲਣ ਵਾਸਤੇ। ਮੈਂ ਆਪਣੇ ਕੁਝ ਵਿਚਾਰ ਪੇਸ਼ ਕਰਾਂਗੀ। ਬੱਚਿਓ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸੋਚਦੇ ਹਾਂ ਕਿ ਭਰੋਸਾ ਕੀ ਹੁੰਦਾ ਹੈ। ਭਰੋਸਾ ਦਾ ਅਗਰ ਅਸੀਂ ਸ਼ਬਦੀ ਅਰਥ ਲਈਏ ਤਾਂ ਭਰੋਸਾ ਦਾ ਅਰਥ ਹੁੰਦਾ ਹੈ ਵਿਸ਼ਵਾਸ, ਕੌਨਫੀਡੈਂਸ, ਠੀਕ ਹੈ ਨਾ। ਕੌਨਫੀਡੈਂਸ ਕੀ ਹੁੰਦਾ ਹੈ, ਵਿਸ਼ਵਾਸ ਕੀ ਹੁੰਦਾ ਹੈ। ਜਦੋਂ ਅਸੀਂ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ, ਬੱਚੇ ਨੂੰ ਨਹੀਂ ਪਤਾ ਉਹ ਕਿੱਥੇ ਹੈ, ਉਹ ਕੌਣ ਹੈ, ਕਿੱਥੋਂ ਆਇਆ ਹੈ, ਪਰ ਜਦੋਂ ਉਹ ਬੱਚਾ ਆਪਣੀ ਮਾਂ ਦੀ ਗੋਦੀ ਵਿੱਚ ਖੇਡਦਾ ਹੈ, ਬੱਚੇ ਨੂੰ ਆਪਣੀ ਮਾਂ ਤੇ ਕੀ ਹੁੰਦਾ ਹੈ, ਹਾਂਜੀ, ਭਰੋਸਾ, ਠੀਕ ਹੈ ਨਾ। ਬੱਚੇ ਨੂੰ ਭਰੋਸਾ ਹੁੰਦਾ ਹੈ ਆਪਣੇ ਮਾਪਿਓ ਦੇ ਉੱਤੇ। ਜਦੋਂ ਹੌਲੀ ਹੌਲੀ ਬੱਚਾ ਵੱਡਾ ਹੁੰਦਾ ਹੈ ਤਾਂ ਬੱਚੇ ਨੂੰ ਆਪਣੇ ਮਾਪਿਓ ਦੇ ਉੱਤੇ ਭਰੋਸਾ ਵੱਧਦਾ ਰਹਿੰਦਾ ਹੈ। ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ, ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਅਗਰ ਉਸ ਬੱਚੇ ਨੇ ਆਪਣੇ ਮਾਤਾ ਪਿਤਾ ਦੇ ਨਾਲ ਕਿਤੇ ਜਾਣਾ ਹੁੰਦਾ ਹੈ ਤਾਂ ਉਹ ਬੱਚਾ, ਜਿਹੜਾ ਛੋਟਾ ਜਿਹਾ ਬੱਚਾ ਹੈ, ਆਪਣੇ ਮਾਤਾ ਪਿਤਾ, ਮਾਤਾ ਜੀ ਜਾਂ ਪਿਤਾ ਜੀ ਦੀ ਉਂਗਲ ਫੜ ਲੈਂਦਾ ਹੈ। ਉਹਨੇ ਬਾਜ਼ਾਰ ਜਾਣਾ ਹੈ, ਘੁੰਮਣ ਜਾਣਾ ਹੈ, ਪਾਰਕ ਵਿੱਚ ਜਾਣਾ ਹੈ, ਮੇਲੇ ਵਿੱਚ ਜਾਣਾ ਹੈ, ਤੂੰ ਆਪਣੇ ਮਾਤਾ ਪਿਤਾ ਦੀ ਉਂਗਲ ਨਹੀਂ ਛੱਡਦਾ। ਕਿਉਂ? ਕਿਉਂਕਿ ਉਸਨੂੰ ਭਰੋਸਾ ਹੁੰਦਾ ਹੈ ਕਿ ਮੈਂ ਆਪਣੇ ਪਿਤਾ ਜੀ ਦੀ ਉਂਗਲ ਫੜੀ ਹੈ, ਮੈਂ ਕਿਤੇ ਗੁੰਮ ਨਹੀਂ ਹੋਵਾਂਗਾ। ਇਸੇ ਤਰ੍ਹਾਂ ਬੱਚਿਓ, ਜਦੋਂ ਅਸੀਂ ਆਪਣੇ ਮਾਤਾ ਪਿਤਾ ਤੇ ਭਰੋਸਾ ਰੱਖਦੇ ਹਾਂ ਤਾਂ ਸਾਨੂੰ ਉਸ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ, हे ਪ੍ਰਮਾਤਮਾ ਸਾਨੂੰ ਸਿੱਖਾਂ ਨੂੰ ਸਿੱਖੀ ਦਾਨ, ਕੀਰਤ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸਾਨੂੰ ਇੰਨੇ ਸਾਰੇ ਦਾਨ ਤੂੰ ਬਖਸ਼। हे ਵਾਹਿਗੁਰੂ ਜੀ, ਅਸੀਂ ਪ੍ਰਮਾਤਮਾ ਤੁਹਾਡੇ ਕੋਲੋਂ ਭਰੋਸਾ ਦਾਨ ਮੰਗਦੇ ਹਾਂ। ਅਸੀਂ ਹਮੇਸ਼ਾ ਤੁਹਾਡੇ ਭਰੋਸੇ ਤੇ ਰਹਿਣਾ ਹੈ। ਬੱਚਿਓ, ਸਾਨੂੰ ਪਤਾ ਹੈ ਜਦੋਂ ਅਸੀਂ ਕੋਈ ਵੀ ਕੰਮ ਕਰਨ ਜਾਂਦੇ ਹਾਂ, ਅਸੀਂ ਕੋਈ ਕਾਰਜ ਕਰਨਾ ਹੈ, ਜਦੋਂ ਤੱਕ ਸਾਡਾ ਉਸ ਵਾਹਿਗੁਰੂ ਤੇ ਭਰੋਸਾ ਨਹੀਂ ਹੋਏਗਾ, ਸਾਡਾ ਕਾਰਜ ਸਹੀ ਤਰੀਕੇ ਨਾਲ ਨਹੀਂ ਹੋਏਗਾ। ਸਾਡਾ ਕਾਰਜ ਸਫਲ ਕਦੋਂ ਹੁੰਦਾ ਹੈ? ਜਦੋਂ ਅਸੀਂ ਉਸ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ, ਠੀਕ ਹੈ ਨਾ। ਭਾਈ ਵੀਰ ਸਿੰਘ ਜੀ ਨੇ ਵੀ ਕਿਹਾ ਹੈ, ਰਾਮ ਜਨਾ ਰਾਮ ਭਰੋਸਾ, ਨਾਮ ਜਪਤ ਮਿਟਿਓ ਅੰਦੇਸਾ, ਕਿ
ਜਦੋਂ ਰਾਮ ਦੇ ਜਨ, ਰਾਮ ਦੇ ਪਰਮਾਤਮਾ ਦੇ ਬੰਦੇ, ਪਰਮਾਤਮਾ ਦੇ ਬਣਾਏ ਇਨਸਾਨ ਪਰਮਾਤਮਾ ਤੇ ਭਰੋਸਾ ਕਰਦੇ ਹਨ ਤਾਂ ਪਰਮਾਤਮਾ ਉਹਨਾਂ ਦੇ ਸਾਰੇ ਕਾਰਜ ਰਾਸ ਕਰਦਾ ਹੈ। ਕਿਉਂ ਨਾ ਅਸੀਂ ਉਸ ਪਰਮਾਤਮਾ ਤੇ ਹਮੇਸ਼ਾ ਭਰੋਸਾ ਰੱਖੀਏ। ਪਰਮਾਤਮਾ ਤੋਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਸੀਂ ਪਰਮਾਤਮਾ ਨੂੰ ਯਾਦ ਕਰੀਏ, ਉਸ ਤੋਂ ਦਾਨ ਮੰਗੀਏ। ਕਿਹੜਾ ਦਾਨ ਮੰਗੀਏ? हे ਪਰਮਾਤਮਾ, ਅਸੀਂ ਇਹ ਕੰਮ ਕਰਨ ਲੱਗੇ ਹਾਂ, ਤੇਰੇ ਭਰੋਸੇ ਕਰਨਾ ਹੈ, ਜੋ ਕਰਨਾ ਹੈ ਤੂੰ ਕਰਨਾ ਹੈ ਪਰਮਾਤਮਾ। ਜਦੋਂ ਅਸੀਂ ਇਸ ਫੀਲਿੰਗ ਦੇ ਨਾਲ ਕੋਈ ਵੀ ਕੰਮ ਕਰਾਂਗੇ, ਅਰਦਾਸ ਕਰਕੇ, ਸਾਡਾ ਕੰਮ ਰਾਸ ਹੋਣਾ ਹੀ ਹੋਣਾ ਹੈ। ਬੱਚਿਓ, ਇੰਨੀ ਗੱਲ ਕਰਦੇ ਹੋਏ ਮੈਨੂੰ ਇੱਕ ਸਾਖੀ ਯਾਦ ਆਈ ਹੈ, ਇੱਕ ਸੱਚੀ ਗਾਥਾ ਜੋ ਭਾਈ ਵੀਰ ਸਿੰਘ ਜੀ ਨੇ ਲਿਖੀ ਸੀ ਕਿਸੇ ਟਾਈਮ। ਬੜੀ ਪੁਰਾਣੀ ਗਾਥਾ ਹੈ, ਗੁਰੂ ਅਮਰਦਾਸ ਜੀ ਦੇ ਵਕਤ ਦੀ। ਤੁਹਾਨੂੰ ਪਤਾ ਹੈ, ਗੁਰੂ ਅਮਰਦਾਸ ਜੀ ਨੂੰ ਤੀਜੇ ਗੁਰੂ ਨਾਨਕ ਵੀ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਗੁਰੂ ਅਮਰਦਾਸ ਜੀ ਦੇ ਅੰਦਰ ਜੋ ਗੁਰੂ ਨਾਨਕ ਦੀ ਜੋਤ ਚੱਲੀ ਆ ਰਹੀ ਹੈ, ਗੁਰੂ ਅਮਰਦਾਸ ਜੀ ਦੇ ਅੰਦਰ ਗੁਰੂ ਨਾਨਕ ਦੀ ਜੋਤ ਸੀ। ਨਾਨਕ ਸੱਚੇ ਪਾਤਸ਼ਾਹ ਦੀ, ਤੀਜੇ ਪਾਤਸ਼ਾਹ ਦੀ, ਗੁਰੂ ਅਮਰਦਾਸ ਜੀ। ਬੱਚਿਓ, ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਗੁਰੂ ਅਮਰਦਾਸ ਜੀ ਨੇ ਸਮਾਜ ਸੁਧਾਰ ਵਾਸਤੇ ਬਹੁਤ ਸਾਰੇ ਕੰਮ ਕੀਤੇ। ਜਿਵੇਂ ਸਤੀ ਪ੍ਰਥਾ ਨੂੰ ਦੂਰ ਕੀਤਾ। ਸਤੀ ਪ੍ਰਥਾ ਕੀ ਹੁੰਦੀ ਹੈ? ਉਸ ਜ਼ਮਾਨੇ ਵਿੱਚ ਜਦੋਂ ਕੋਈ ਇਸਤਰੀ ਦਾ ਪਤੀ ਮਰ ਜਾਂਦਾ ਸੀ, ਉਸ ਨੂੰ ਜਦੋਂ ਜਲਾਉਣ ਜਾਂਦੇ ਸਨ, ਉਹਦੀ ਚਿਤਾ ਬਣਾਈ ਜਾਂਦੀ ਸੀ, ਤਾਂ ਸਮਾਜ ਵਿੱਚ ਕੀ ਸੀ? ਬਹੁਤ ਬੁਰੀ ਆਦਤ ਸੀ ਕਿ ਉਸ ਪਤੀ ਦੇ ਨਾਲ ਹੀ ਉਸ ਪਤਨੀ ਨੂੰ ਵੀ ਜਿੰਦਾ ਜਲਾਇਆ ਜਾਂਦਾ ਸੀ। ਜਿੰਦਾ ਉਸਨੂੰ ਉਹਦੇ ਨਾਲ ਜਲਾਇਆ ਜਾਂਦਾ ਸੀ। ਉਸ ਨੂੰ ਇਹ ਕਿਹਾ ਜਾਂਦਾ ਸੀ ਕਿ ਤੈਨੂੰ ਜੀਣ ਦਾ ਕੋਈ ਹੱਕ ਨਹੀਂ ਹੈ। ਬੱਚਿਓ, ਕਿੰਨੀ ਭਾਵੁਕ ਇਹ ਗਾਥਾ ਹੈ ਔਰ ਇਹ ਸੱਚੀ ਗਾਥਾ ਹੈ, ਸੱਚੀ ਗੱਲ ਹੈ। ਇਸ ਤੋਂ ਇਲਾਵਾ ਗੁਰੂ ਮਹਾਰਾਜ ਜੀ ਨੇ ਪਰਦਾ ਪ੍ਰਥਾ ਨੂੰ ਦੂਰ ਕੀਤਾ, ਹੋਰ ਕਈ ਬੁਰਾਈਆਂ ਸਮਾਜ ਚੋਂ ਦੂਰ ਕੀਤੀਆਂ, ਲੰਗਰ ਦੀ ਪ੍ਰਥਾ ਚਲਾਈ, ਠੀਕ ਹੈ। ਬੌਲੀ ਸਾਹਿਬ ਦੀ ਰਚਨਾ ਕੀਤੀ, ਬੌਲੀ ਸਾਹਿਬ ਬਣਾਏ, ਜਿੱਥੇ ਅਸੀਂ ਅੰਦਰ ਜਾ ਕੇ ਅੰਮ੍ਰਿਤ ਦੀ ਚੂਲੀ ਲੈਂਦੇ ਹਾਂ। ਸਾਡੀ ਉੱਥੇ 84 ਪੌੜੀਆਂ ਥੱਲੇ ਉਤਰ ਕੇ ਗੋਇੰਦਵਾਲ ਸਾਹਿਬ, ਫਿਰ ਅਸੀਂ ਉੱਥੇ ਅਗਰ ਨਾਮ ਜਪਤੇ ਜਾਂਦੇ ਹਾਂ ਤੇ ਕਹਿੰਦੇ ਹਨ, ਸਿੱਖ ਮੰਨਦੇ ਹਨ ਕਿ ਸਾਡੀ 84 ਕੱਟੀ ਜਾਂਦੀ ਹੈ। ਸੋ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਇੱਕ ਹੋਰ ਬਹੁਤ ਵੱਡਾ ਕੰਮ ਕੀਤਾ ਸੀ ਸਮਾਜ ਸੁਧਾਰ ਦੇ ਵਾਸਤੇ। ਉਹ ਕੀ ਕੰਮ ਸੀ? ਉਹ ਕੰਮ ਸੀ ਬੱਚਿਓ, ਗੁਰੂ ਜੀ ਨੇ 22 ਮੰਜੀਆਂ ਥਾਪੀਆਂ ਸਨ। ਮੰਜੀ ਦਾ ਮਤਲਬ ਸ਼ਾਇਦ ਤੁਹਾਨੂੰ ਨਾ ਪਤਾ ਹੋਏ। ਅੱਜ ਕੱਲ ਦੇ ਬੱਚੇ ਨੇ, ਅੱਜ ਕੱਲ ਅਸੀਂ ਤਾਂ ਨਹੀਂ ਸਮਝਦੇ, ਬੱਚੇ ਨਹੀਂ ਸਮਝਦੇ ਮੰਜੀ ਕੀ ਹੁੰਦੀ ਹੈ। ਮੰਜੀ ਦਾ ਮਤਲਬ ਉਸ ਵੇਲੇ ਏਦਾਂ ਲਿਆ ਜਾਂਦਾ ਸੀ ਕਿ ਉਹਨਾਂ ਨੂੰ ਜਿੱਦਾਂ ਇੱਕ ਅਹੁਦਾ ਦਿੱਤਾ ਜਾਂਦਾ ਸੀ। ਅਹੁਦਾ ਮਤਲਬ ਡੈਜ਼ਿਗਨੇਸ਼ਨ, ਕਿ ਤੁਸੀਂ ਇਸ ਮੰਜੀ ਤੇ ਬੈਠ ਕੇ ਸਮਾਜ ਦੇ ਸੁਧਾਰਕ ਕੰਮ ਕਰਨੇ ਹਨ। ਭਾਈ ਵੀਰ ਜੀ ਨੇ ਇੱਕ ਵਾਰੀ ਲਿਖਿਆ ਸੀ ਕਿ ਉਸ ਮੰਜੀਆਂ ਦੇ ਵਿੱਚ ਇੱਕ ਮੰਜੀ ਦਾ ਮਾਲਕ ਸੀ, ਜੋ ਉਸ ਮੰਜੀ ਤੇ ਬਹਿੰਦਾ ਸੀ। ਉਹਨਾਂ ਦੇ ਘਰ ਇੱਕ ਗੁਰੂ ਅਮਰਦਾਸ ਜੀ ਦਾ ਸਿੱਖ, ਗੁਰੂ ਜੀ ਨੂੰ ਮੰਨਣ ਵਾਲਾ ਸਿੱਖ, ਉਹਨਾਂ ਦੇ ਘਰ ਚੱਕੀ ਪੀਸਣ ਦਾ ਕੰਮ ਕਰਦਾ ਸੀ, ਸੇਵਕ ਦੇ ਰੂਪ ਵਿੱਚ। ਉਹ ਚੱਕੀ ਪੀਸਦਾ ਸੀ। ਇੱਕ ਦਿਨ ਕੀ ਹੋਇਆ, ਉਹ ਰਸੋਈ ਵਿੱਚ ਚੱਕੀ ਪੀਸ ਰਿਹਾ ਸੀ ਤੇ ਬਾਹਰ ਉਸ ਮੰਜੀ ਦੇ ਉੱਪਰ ਜਿਹੜੇ ਬਹਿੰਦੇ ਸਨ ਬਾਬਾ ਜੀ, ਉਹਨਾਂ ਦਾ ਬੇਟਾ ਤੇ ਉਹਦਾ ਵਜ਼ੀਰ ਦੋਨੋਂ ਬੈਠ ਕੇ ਭੋਜਨ ਛਕ ਰਹੇ ਸਨ। ਤੇ ਚੱਕੀ ਪੀਸਣ ਵਾਲੇ ਦੇ ਕੰਨ ਵਿੱਚ ਉਹਨਾਂ ਦੀ ਗੱਲਾਂ ਦੀਆਂ ਆਵਾਜ਼ਾਂ ਅਚਾਨਕ ਪਈਆਂ। ਇੱਕ ਗੱਲ ਸੁਣ ਕੇ ਉਹ ਚੱਕੀ ਪੀਸਣ ਵਾਲਾ ਸਿੱਖ ਉਤਾਵਲਾ ਹੋ ਗਿਆ, ਉਚਾਟ ਹੋ ਗਿਆ ਉਸਦਾ ਮਨ। ਉਹ ਇੱਕਦਮ ਹੜਪ ਕੇ ਖੜਾ ਹੋ ਗਿਆ। ਕਿਉਂ? ਉਹਦੇ ਕੰਨਾਂ ਵਿੱਚ ਇਹ ਆਵਾਜ਼ ਪਈ ਸੀ ਕਿ ਉਹ ਦੋਨੋਂ ਬੰਦੇ ਰਲ ਕੇ ਗੁਰੂ ਅਮਰਦਾਸ ਜੀ ਦੀ ਬੁਰਾਈ ਕਰਦੇ ਸਨ। ਗੁਰੂ ਅਮਰਦਾਸ ਜੀ ਨੇ ਆਹ ਕੰਮ ਨਹੀਂ ਚੰਗਾ ਕੀਤਾ, ਗੁਰੂ ਅਮਰਦਾਸ ਜੀ ਨੇ ਉਹ ਕੰਮ ਚੰਗਾ ਨਹੀਂ ਕੀਤਾ, ਉਹਨਾਂ ਨੇ ਇਹ ਨਹੀਂ ਚੰਗਾ ਕੀਤਾ। ਉਹ ਤਾਂ ਬਹੁਤ ਪਰੇਸ਼ਾਨ ਹੋ ਗਿਆ, ਉਸਦਾ ਮਨ ਉਚਾਟ ਹੋ ਗਿਆ। ਉਹ ਭੱਜਾ ਬਾਹਰ ਆਇਆ। ਉਸਨੇ ਕਿਹਾ ਕਿ ਜਿਸ ਗੁਰੂ ਨੇ ਤੁਹਾਨੂੰ ਮੰਜੀ ਬਖਸ਼ਿਸ਼ ਕੀਤੀ ਹੈ, ਮੰਜੀ ਦੀ ਬਖਸ਼ਿਸ਼ ਦਿੱਤੀ ਹੈ ਤੁਹਾਨੂੰ, ਤੁਸੀਂ ਉਸੇ ਗੁਰੂ ਦੀ ਬੁਰਾਈ ਕਰਦੇ ਹੋ। ਇਹ ਤੁਸੀਂ ਚੰਗਾ ਕੰਮ ਨਹੀਂ ਕਰਦੇ। ਤਾਂ ਤੁਹਾਨੂੰ ਪਤਾ ਹੈ ਬੱਚਿਓ, ਉਹਨਾਂ ਨੇ ਕਿੱਦਾਂ ਉਸ ਸੇਵਕ ਦੀ ਬੇਇੱਜ਼ਤੀ ਕੀਤੀ, ਉਸਨੂੰ ਬੇਇੱਜ਼ਤ ਕੀਤਾ। ਕੀ ਕਿਹਾ ਉਹਨਾਂ ਨੇ? ਕਹਿੰਦੇ ਨੇ, ਤੂੰ ਕੌਣ ਹੁੰਦਾ ਹੈ ਬੋਲਣ ਵਾਲਾ? ਤੂੰ ਤਾਂ ਸਾਡਾ ਸੇਵਕ ਹੈ, ਤੂੰ ਸਾਡਾ ਨੌਕਰ ਹੈ, ਤੂੰ ਆਪਣਾ ਕੰਮ ਕਰ,
ਤੂੰ ਵਿੱਚ ਨਹੀਂ ਬੋਲਣਾ। ਤਾਂ ਫਿਰ ਬੱਚਿਓ ਇਹ ਗੱਲ ਜਦੋਂ ਮੇਰੇ ਮਨ ਚ ਆਈ ਹੈ ਤਾਂ ਮੇਰਾ ਮਨ ਵੀ ਉਚਾਟ ਹੋ ਗਿਆ ਥੋੜਾ ਜਿਹਾ। ਬੱਚਿਓ ਉਸ ਸਿੱਖ ਨੇ ਕਿਹਾ, ਉਹ ਦੇਖੋ ਅੱਬੜ ਵਾਹੇ ਉਸਦੇ ਮਨੋਂ, ਉਸਦੇ ਮੂੰਹ ਚੋਂ, ਜ਼ੁਬਾਨ ਚੋਂ ਇੱਕ ਆਵਾਜ਼ ਆਈ, ਉਹਦੇ ਮੂੰਹ ਚੋਂ, ਮੁਖ ਚੋਂ ਬੋਲ ਨਿਕਲੇ ਕਿ ਤੁਸੀਂ ਤਾਂ ਘਮੰਡ ਨਾਲ ਆਫਰੇ ਪਏ ਹੋ। ਇੰਨੀ ਗੱਲ ਸੁਣਨ ਦੀ ਦੇਰ ਸੀ ਬੱਚਿਓ, ਉਹ ਦੋਨਾਂ ਦੇ ਪੇਟ ਸੱਚਮੁੱਚ ਆਫਰ ਗਏ। ਆਫਰ ਗਏ ਦਾ ਮਤਲਬ ਸਮਝਦੇ ਹੋ? ਫੁੱਲ ਗਿਆ, ਉਹਨਾਂ ਦਾ ਸਰੀਰ ਫੁੱਲ ਗਿਆ। ਉਹਨਾਂ ਨੂੰ ਕਿੰਨੀ ਜਗ੍ਹਾ ਤੇ ਲੈ ਕੇ ਗਏ, ਦਵਾਈਆਂ ਹਕੀਮਾਂ ਨੂੰ ਦਿਖਾਇਆ, ਪਰ ਹਕੀਮਾਂ ਨੇ ਕੀ ਕਿਹਾ, ਇਹਨਾਂ ਦਾ ਇਲਾਜ ਬਹੁਤ ਔਖਾ ਹੈ, ਇਹ ਠੀਕ ਨਹੀਂ ਹੋ ਸਕਦੇ, ਇਹ ਕੁਝ ਦਿਨਾਂ ਦੇ ਮਹਿਮਾਨ ਹਨ। ਬੱਚਿਓ ਦੇਖੋ ਇਹ ਕਿੱਦਾਂ ਹੋਇਆ। ਸਿੱਖ ਤਾਂ ਬਹੁਤ ਪਿਆਰਾ ਸੀ ਸੇਵਕ, ਠੀਕ ਹੈ ਨਾ, ਪਰ ਉਹ ਮਤਲਬ ਉਸ ਗੁਰੂ ਨੂੰ ਮੰਨਣ ਵਾਲਾ ਸੀ, ਰੱਬ ਦਾ ਪਿਆਰਾ ਸੀ, ਰੱਬ ਨੂੰ ਮੰਨਣ ਵਾਲਾ ਸੀ, ਉਹਦੇ ਮੁਖ ਚੋਂ ਜੋ ਨਿਕਲਿਆ ਉਹ ਸੱਚਾ ਹੋ ਗਿਆ। ਕਿਉਂ? ਗੁਰੂ ਤੇ ਭਰੋਸਾ ਸੀ ਉਸਨੂੰ। ਤੇ ਉਹਨਾਂ ਨੇ ਫਿਰ ਸੋਚਿਆ, ਸੰਗਤ ਨੇ ਰਲ ਮਿਲ ਕੇ ਕੀ ਸੋਚਿਆ, ਚਲੋ ਇਹਨਾਂ ਨੂੰ ਅਸੀਂ ਚੁੱਕ ਕੇ ਮੰਜੀ ਤੇ ਬਿਠਾ ਕੇ ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਲੈ ਜਾਂਦੇ ਹਾਂ। ਜਦੋਂ ਗੁਰੂ ਅਮਰਦਾਸ ਜੀ ਦੇ ਦਰਬਾਰ ਲੈ ਕੇ ਗਏ, ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਕਿਹਾ, ਮੈਂ ਕੁਝ ਨਹੀਂ ਕਰ ਸਕਦਾ, ਇਹਨਾਂ ਨੂੰ ਤਾਂ ਉਹ ਸਾਡਾ ਸਿੱਖ ਹੀ ਠੀਕ ਕਰ ਸਕਦਾ ਹੈ, ਤੁਸੀਂ ਉਹਦੇ ਕੋਲ ਲੈ ਕੇ ਜਾਓ, ਉਹਦੇ ਪੈਰੀ ਪਾਓ, ਉਹਨਾਂ ਤੋਂ ਮਾਫੀ ਮੰਗੋ, ਉਹੀ ਤੁਹਾਨੂੰ ਠੀਕ ਕਰਨਗੇ। ਤਾਂ ਪਤਾ ਉਹਨਾਂ ਦੀ ਆਕੜ ਹਾਲੇ ਵੀ ਨਹੀਂ ਗਈ। ਉਹਨਾਂ ਨੇ ਕਿਹਾ ਕਿ ਉਹ ਤਾਂ ਸਾਡਾ ਨੌਕਰ ਹੈ, ਅਸੀਂ ਕਿਉਂ ਉਹਦੇ ਪੈਰੀ ਪਈਏ, ਸਾਨੂੰ ਤੁਸੀਂ ਠੀਕ ਕਰੋ। ਗੁਰੂ ਅਮਰਦਾਸ ਜੀ ਨੇ ਕਿਹਾ, ਨਹੀਂ ਭਾਈ, ਨੌਕਰ ਜ਼ਰੂਰ ਹੈ, ਪਰ ਉਹ ਜਿਉਂ-ਜਿਉਂ ਚੱਕੀ ਪੀਸਦਾ ਹੈ, ਉਹਦਾ ਮਨ ਸਿਮਰਨ ਵਿੱਚ ਜੁੜਿਆ ਰਹਿੰਦਾ ਹੈ। ਉਹ 24 ਘੰਟੇ ਸਿਮਰਨ ਕਰਦਾ ਹੈ, ਉਹ 24 ਘੰਟੇ ਨਾਮ ਜਪਦਾ ਹੈ, ਉਹੀ ਤੁਹਾਨੂੰ ਠੀਕ ਕਰੇਗਾ। ਮਰਦੇ ਕੀ ਨਾ ਕਰਦੇ, ਵਾਪਸ ਆ ਗਏ, ਘਰ ਪਰਤੇ, ਰਸੋਈ ਵਿੱਚ ਗਏ, ਉਸ ਸਿੱਖ ਦੇ ਚਰਨਾਂ ਤੇ ਢਹਿ ਪਏ, ਕਹਿੰਦੇ ਨੇ ਕਿ ਸਾਨੂੰ ਮਾਫ ਕਰ ਦਿਓ, ਅਸੀਂ ਅੱਗੇ ਤੋਂ ਇਹ ਗਲਤੀ ਨਹੀਂ ਕਰਾਂਗੇ। ਗੁਰੂ ਦਾ ਸਿੱਖ ਸੀ ਨਾ, ਮਨ ਪਸੀਜ ਗਿਆ, ਸੋਚਿਆ ਵਾਹਿਗੁਰੂ ਦੇ ਭਰੋਸੇ ਇਹਨਾਂ ਨੂੰ ਮਾਫ ਕਰ ਦੇਣਾ ਹਾਂ। ਜਿੱਦਾਂ ਹੀ ਉਸਨੇ ਉਹਨਾਂ ਨੂੰ ਮਾਫ ਕੀਤਾ, ਉਹ ਦੋਨੋਂ ਦੁਬਾਰਾ ਤੋਂ ਠੀਕ ਹੋ ਗਏ। ਦੇਖੋ ਬੱਚਿਓ, ਭਰੋਸਾ ਕਿੰਨੀ ਵੱਡੀ ਚੀਜ਼ ਹੈ। ਜੇ ਅਸੀਂ ਵੀ ਅੱਜ ਤੋਂ ਉਸ ਵਾਹਿਗੁਰੂ ਤੇ ਭਰੋਸਾ ਕਰਨਾ ਸ਼ੁਰੂ ਕਰ ਦਈਏ ਤਾਂ ਕਿੰਨਾ ਚੰਗਾ ਹੋਏਗਾ। ਅਸੀਂ ਵੀ ਕਿੰਨੇ ਉੱਚੇ ਪਹੁੰਚ ਸਕਦੇ ਹਾਂ। ਅਸੀਂ ਉਹਦੇ ਭਰੋਸੇ ਸੋਚੋ, ਅਸੀਂ ਕਈ ਵਾਰੀ ਏਦਾਂ ਸੋਚਦੇ ਹਾਂ ਕਿ ਅਗਰ ਅਸੀਂ ਅੰਮ੍ਰਿਤ ਵੇਲਾ ਸੰਭਾਲਣਾ ਚਾਹੁੰਦੇ ਹਾਂ, ਪਰ ਅਸੀਂ ਨਹੀਂ ਸੰਭਾਲ ਪਾਉਂਦੇ, ਅਸੀਂ ਤਾਂ ਲੇਟ ਸੁੱਤੇ ਸੀ ਰਾਤੀ, ਅਸੀਂ ਕੀ ਕਰੀਏ, ਸਾਨੂੰ ਤਾਂ ਜਾਗ ਨਹੀਂ ਆਈ, ਅਸੀਂ ਕੀ ਕਰੀਏ, ਸਾਡੇ ਤੋਂ ਉੱਠਿਆ ਨਹੀਂ ਗਿਆ, ਸਾਡੀ ਨੀਂਦ ਨਹੀਂ ਪੂਰੀ ਹੋਈ। ਬੱਚਿਓ ਮੇਰਾ ਮੰਨਣਾ ਹੈ, ਮੇਰੇ ਨਾਲ ਹੋ ਚੁੱਕਾ ਹੈ, ਮੈਂ ਨਹੀਂ ਸੀ ਅੰਮ੍ਰਿਤ ਵੇਲਾ ਸੰਭਾਲਦੀ, ਕਿਸੇ ਵੇਲੇ ਸੰਭਾਲ ਲੈਣਾ, ਕਿਸੇ ਵੇਲੇ ਭੁੱਲ ਜਾਣਾ। ਫਿਰ ਜਦੋਂ ਮਨ 'ਚ ਇੱਕ ਇੱਛਾ ਉੱਠੀ, ਨਹੀਂ ਇਹ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ ਜ਼ਿੰਦਗੀ ਕੁਝ ਨਹੀਂ ਹੈ, ਤਾਂ ਕੀ ਕਰਨਾ, ਰਾਤ ਨੂੰ ਸੌਣ ਤੋਂ ਪਹਿਲਾਂ, ਹੁਣ ਵੀ ਮੇਰਾ ਭਟਕਿਆ ਹੋਇਆ ਹੈ, ਮੈਂ ਝੂਠ ਨਹੀਂ ਬੋਲਦੀ, ਪਰ ਸੌਣ ਤੋਂ ਪਹਿਲਾਂ ਕੀ ਕਰਨਾ, ਆਪਣੇ ਕੱਪੜੇ ਬਾਥਰੂਮ ਵਿੱਚ ਟੰਗ ਦੇਣੇ, ਵਾਹਿਗੁਰੂ ਜੀ ਸਵੇਰੇ ਜਲਦੀ ਉਠਾ ਦੇਣਾ। ਵਾਹਿਗੁਰੂ ਜੀ ਨੇ ਪੂਰੇ 4 ਵਜੇ ਆਵਾਜ਼ ਮਾਰ ਦੇਣੀ, ਜਾਂ 4:30, ਜਿੰਨੇ ਵਜੇ ਮੇਰੀ ਇੱਛਾ ਹੁੰਦੀ ਸੀ, ਵਾਹਿਗੁਰੂ ਜੀ ਨੇ ਉਠਾ ਦੇਣਾ। 2 ਵਜੇ, 3 ਵਜੇ, ਕਈ ਤਰ੍ਹਾਂ ਦੇ ਵਕਤ ਆਏ ਹਨ। ਮੈਂ ਇਹ ਨਹੀਂ ਕਹਿੰਦੀ ਮੈਂ ਹਮੇਸ਼ਾ ਨਿਤਨੇਮੀ ਰਹੀ ਹਾਂ, ਹਮੇਸ਼ਾ ਕਰਦੀ ਹਾਂ, ਪਰ ਵਿਸ਼ਵਾਸ ਪੱਕਾ ਹੈ ਅੰਦਰੋਂ ਦੀ, ਜਿਸ ਦਿਨ ਸ਼ੁਰੂ ਕਰਾਂਗੀ ਉਸ ਦਿਨ ਛੱਡਾਂਗੀ ਨਹੀਂ, ਕਿਉਂਕਿ ਮੈਂ ਤੁਹਾਡੇ ਸਨਮੁਖ ਹੋਈ ਹਾਂ, ਮੈਂ ਕਿਉਂ ਝੂਠੀ ਗੱਲ ਕਰਾਂ। ਪਰ ਮੇਰਾ ਪੱਕਾ ਭਰੋਸਾ ਹੈ, ਜਦੋਂ ਅਸੀਂ ਇਸ ਤਰੀਕੇ ਨਾਲ ਚੱਲਦੇ ਹਾਂ, ਪਰਮਾਤਮਾ ਸਾਡਾ ਹੱਥ ਫੜਦਾ ਹੈ, ਜ਼ਰੂਰ ਫੜਦਾ ਹੈ, ਸਾਨੂੰ ਜ਼ਰੂਰ ਸਵੇਰੇ ਉਠਾਉਂਦਾ ਹੈ ਅੰਮ੍ਰਿਤ ਵੇਲੇ, ਜੇ ਸਾਡੀ ਇੱਛਾ ਹੋਵੇਗੀ ਤਾਂ, ਜੇ ਸਾਨੂੰ ਉਸ ਤੇ ਭਰੋਸਾ ਹੋਵੇਗਾ ਤਾਂ। ਬੱਚਿਓ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਹੋਰ ਸਾਂਝੀ ਕਰਨਾ ਚਾਹੁੰਦੀ ਹਾਂ। ਉਹ ਛੋਟੀ ਜਿਹੀ ਗੱਲ ਨਹੀਂ ਹੈ, ਵੈਸੇ ਤਾਂ ਬਹੁਤ ਵੱਡੀ ਹੈ। ਮੈਂ ਤੁਹਾਨੂੰ ਇੱਕ ਕੁੱਤੇ ਦੀ ਐਗਜ਼ਾਮਪਲ ਦਿੰਦੀ ਹਾਂ। ਜਦੋਂ ਸਾਡਾ ਕੁੱਤਾ ਪਾਲਤੂ ਹੁੰਦਾ ਹੈ, ਮੰਨਿਆ ਕੁੱਤਾ ਪਾਲਤੂ ਹੈ, ਉਹਨੇ ਤਾਂ ਵਫ਼ਾਦਾਰ ਹੋਣਾ ਹੀ ਹੋਣਾ। ਜਿਹੜੇ ਬਾਹਰ ਕੁੱਤੇ ਸਟ੍ਰੇ ਡੌਗਸ ਹੁੰਦੇ ਨੇ ਨਾ, ਉਹ ਜਦੋਂ ਕੋਈ ਘਰ ਫੜ ਲੈਂਦੇ ਹਨ ਕਿ ਅਸੀਂ ਇੱਥੇ ਬਹਿਣਾ ਹੈ, ਕਿਉਂ ਫੜਦੇ ਹਨ? ਜਦੋਂ ਇੱਕ ਦਿਨ ਕੁੱਤਾ ਆਇਆ, ਉਹਨੂੰ ਉਸ ਘਰਦਿਆਂ ਨੇ ਬਾਹਰ ਨਿਕਲ ਕੇ ਰੋਟੀ ਪਾਈ,
ਦੁੱਧ ਪਾਇਆ ਜਾਂ ਪਾਣੀ ਪਾਇਆ ਜਾਂ ਬਚੀ ਰੋਟੀ ਜਾਂ ਜੂਠੀ ਰੋਟੀ ਜੋ ਵੀ ਪਾਇਆ, ਕੁੱਤਾ ਕਿੱਦਾਂ ਹੋ ਗਿਆ? ਉਹਨਾਂ ਦਾ ਵਫਾਦਾਰ ਹੋ ਗਿਆ। ਰੋਟੀ ਤਾਂ ਮਿਲੀ ਨਾ, ਪਾਣੀ ਮਿਲਿਆ, ਦੁੱਧ ਮਿਲਿਆ। ਕੁੱਤੇ ਵਿੱਚ ਇੰਨੀ ਵਫਾਦਾਰੀ ਹੈ, ਇੰਨਾ ਭਰੋਸਾ ਹੈ ਕਿ ਜਿਸਨੇ ਉਸਨੂੰ ਕੁਝ ਦਿੱਤਾ ਹੈ ਖਾਣ ਨੂੰ, ਪੇਟ ਭਰਨ ਨੂੰ, ਕੁੱਤਾ ਉਹਦੇ ਵਾਸਤੇ ਹਮੇਸ਼ਾ ਵਾਸਤੇ ਵਫਾਦਾਰ ਹੋ ਜਾਂਦਾ ਹੈ ਉਹਨਾਂ ਵੱਲ। ਤੇ ਅਸੀਂ ਤਾਂ ਫਿਰ ਇਨਸਾਨ ਹਾਂ। ਉਹਦੀ ਜਦੋਂ ਤੁਸੀਂ ਨਜ਼ਰਾਂ ਵੇਖੋ ਨਾ ਧਿਆਨ ਨਾਲ, ਕੁੱਤੇ ਦੀਆਂ ਜਿਸ ਨਜ਼ਰ ਨਾਲ ਤੁਹਾਨੂੰ ਦੇਖਦਾ ਹੈ, ਜਦੋਂ ਤੁਸੀਂ ਆਪਣਾ ਗੇਟ ਖੋਲੋਗੇ ਤਾਂ ਉਹਦੀ ਨਜ਼ਰਾਂ ਵਿੱਚ ਇੰਨਾ ਪਿਆਰ, ਇੰਨਾ ਭਰੋਸਾ ਹੁੰਦਾ ਹੈ। ਤਾਂ ਮੈਂ ਕਈ ਵਾਰੀ ਸੋਚਦੀ ਹਾਂ ਕਿ ਅਸੀਂ ਕੁੱਤਿਆਂ ਤੋਂ ਵੀ ਬਦਤਰ ਹਾਂ, ਕਿ ਅਸੀਂ ਆਪਣਾ ਭਰੋਸਾ ਤੋੜ ਹੀ ਬੈਠੇ ਹਾਂ। ਸਾਡੇ ਚੋਂ ਬਹੁਤ ਸਾਰੇ ਜਿਹੜੇ ਜੋਤੀ ਭੈਣ ਜੀ ਹਨ, ਦਰਸ਼ਨ ਭੈਣ ਜੀ ਹਨ, ਹੋਰ ਬੜੇ ਗੁਰਮੁਖ ਵੱਡੇ ਵੱਡੇ ਪਿਆਰੇ ਹਨ, ਉਹਨਾਂ ਨੇ ਅੰਮ੍ਰਿਤ ਵੇਲਾ ਸੰਭਾਲੇ ਹੋਏ ਹਨ। ਤੇ ਬਹੁਤ ਦੁਨੀਆ ਐਸੀ ਹੈ ਜਿਨ੍ਹਾਂ ਨੇ ਨਹੀਂ ਸੰਭਾਲੀ ਹੋਈ, ਸਿੱਖ ਹੁੰਦੇ ਹੋਏ ਵੀ। ਤਾਂ ਇਹ ਇੱਕ ਭਰੋਸਾ ਹੈ ਬੇਟਿਓ। ਭਰੋਸੇ ਤੇ ਰਵਾਂਗੇ ਤੇ ਸਾਡੇ ਸਾਰੇ ਕੰਮ ਬਹੁਤ ਸੋਹਣੇ ਹੋਣਗੇ। ਤੇ ਮੈਨੂੰ ਇੱਕ ਗਾਥਾ ਹੋਰ ਯਾਦ ਆਈ ਹੈ, ਮੈਂ ਕੱਲ ਪਰਸੋਂ ਹੀ ਸੁਣੀ ਸੀ। ਇੱਕ ਸਿੱਖ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਕਤ ਦੀ ਗੱਲ ਹੈ। ਉਹਨਾਂ ਦਾ ਨਾਮ ਸੀ ਭਾਈ ਆਕਲ ਜੀ। ਭਾਈ ਆਕਲ ਜੀ। ਉਹਨਾਂ ਦੀ ਬੇਟੀ ਵੱਡੀ ਹੋ ਗਈ, ਜਵਾਨ ਹੋ ਗਈ। ਉਹਨਾਂ ਨੂੰ ਕੀ ਲੱਗਿਆ ਕਿ ਹੁਣ ਬੇਟੀ ਦਾ ਵਿਆਹ ਕਰਨਾ ਹੈ, ਉਹਦੇ ਵਾਸਤੇ ਵਰ ਲੱਭਣਾ ਹੈ। ਬੱਚਿਓ ਤੁਸੀਂ ਤੇ ਅੱਜ ਕੱਲ ਦੇ ਹੋ ਨਾ, ਤੁਸੀਂ ਅਸੀਂ ਵੀ ਅੱਜ ਕੱਲ ਦੇ ਹਾਂ, ਕਿਉਂਕਿ ਅਸੀਂ ਗੁਰੂ ਦੇ ਵੇਲੇ ਤਾਂ ਹੋਏ ਨਹੀਂ ਸੀ ਜੋ ਸਾਨੂੰ ਉਸ ਵੇਲੇ ਦਾ ਪਤਾ ਹੋਵੇ। ਅਸੀਂ ਤਾਂ ਇਤਿਹਾਸ ਪੜ੍ਹ ਕੇ ਜੋ ਸਾਨੂੰ ਨਜ਼ਰ ਆਇਆ, ਜੋ ਅਸੀਂ ਸਿੱਖਿਆ, ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਕਤ ਤੇ ਕੀ ਸੀ, ਜਦੋਂ ਮੁੰਡੇ ਜਾਂ ਕੁੜੀ ਦਾ ਰਿਸ਼ਤਾ ਕਰਨਾ ਹੁੰਦਾ ਸੀ ਨਾ, ਉਦੋਂ ਨਾ ਤਾਂ ਮੁੰਡਾ ਕੁੜੀ ਨੂੰ ਦੇਖ ਸਕਦਾ ਸੀ, ਨਾ ਕੁੜੀ ਮੁੰਡੇ ਨੂੰ ਦੇਖ ਸਕਦੀ ਸੀ। ਉਦੋਂ ਕੀ ਹੁੰਦਾ ਸੀ, ਵਿਚੋਲੇ ਹੁੰਦੇ ਸਨ ਸਿਰਫ। ਜਦੋਂ ਕੁੜੀ ਦੇ ਘਰਦਿਆਂ ਨੇ ਵਿਚੋਲੇ ਨੂੰ ਕਹਿ ਦੇਣਾ ਕਿ ਸਾਨੂੰ ਮੁੰਡਾ ਲੱਭ ਕੇ ਦਿਓ, ਤੇ ਉਸ ਵਿਚੋਲੇ ਨੇ ਮੁੰਡੇ ਵਾਲਿਆਂ ਦੇ ਘਰ ਜਾ ਕੇ ਕੁੜੀ ਦੇ ਬਾਰੇ ਸਾਰਾ ਦੱਸਣਾ, ਫਿਰ ਮੁੰਡੇ ਵਾਲਿਆਂ ਦੇ ਬਾਰੇ ਕੁੜੀ ਵਾਲਿਆਂ ਨੂੰ ਪੂਰਾ ਦੱਸਣਾ, ਤਾਂ ਕਿ ਫਿਰ ਆ ਕੇ ਉਹਨਾਂ ਨੂੰ ਕਹਿ ਦੇਣਾ ਕਿ ਤੁਹਾਡਾ ਰਿਸ਼ਤਾ ਇੱਥੇ ਪੱਕਾ ਹੋ ਗਿਆ ਹੈ। ਠੀਕ ਹੈ। ਤਾਂ ਭਾਈ ਆਕਲ ਦੀ ਕੁੜੀ ਜਦੋਂ ਜਵਾਨ ਹੋਈ ਤਾਂ ਭਾਈ ਸਾਹਿਬ ਨੇ ਵਿਚੋਲੇ ਨੂੰ ਕਿਹਾ ਕਿ ਮੇਰੀ ਕੁੜੀ ਦਾ ਰਿਸ਼ਤਾ ਕਰਨਾ ਹੈ। ਵਿਚੋਲਾ ਗਿਆ, ਮੁੰਡਾ ਲੱਭਿਆ, ਮੁੰਡੇ ਦੇ ਬਾਰੇ ਸਾਰੀ ਇਨਫੋਰਮੇਸ਼ਨ ਲੈ ਲਈ ਤੇ ਆ ਕੇ ਕਹਿੰਦਾ ਹੈ ਜੀ ਮੁੰਡਾ ਤਾਂ ਬਹੁਤ ਸੋਹਣਾ ਹੈ, ਸੋਹਣਾ ਸੁਨੱਖਾ ਹੈ, ਚੰਗਾ ਕਮਾਉਂਦਾ ਵੀ ਹੈ, ਚੰਗਾ ਉਹਦਾ ਕਾਰੋਬਾਰ ਹੈ, ਤੇ ਤੁਸੀਂ ਆਪਣੀ ਕੁੜੀ ਦੇ ਰਿਸ਼ਤੇ ਵਾਸਤੇ ਤਿਆਰ ਹੋ ਜਾਓ ਤੇ 4 ਦਿਨ ਬਾਅਦ ਤੁਹਾਡੇ ਘਰ ਬਰਾਤ ਆ ਜਾਵੇਗੀ ਤੇ ਤੁਸੀਂ ਆਪਣੀ ਕੁੜੀ ਨੂੰ ਤੋਰ ਦੇਣਾ। ਠੀਕ ਹੈ। ਘਰ ਦੇ ਰਾਜ਼ੀ ਹੋ ਗਏ, ਪਰ ਘਰਦਿਆਂ ਨੇ ਇੱਕ ਗੱਲ ਨਾ ਸੋਚੀ। ਜਦੋਂ ਕਾਰੋਬਾਰ ਦਾ ਤਾਂ ਪਤਾ ਲੱਗ ਗਿਆ, ਉਹਨਾਂ ਦੀ ਜਿਹੜੀ ਬੇਟੀ ਸੀ, ਬੇਟੀ ਨਿਤਨੇਮੀ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੱਚੀ, ਉਹਨਾਂ ਨੂੰ ਮੰਨਣ ਵਾਲੀ, ਉਹਨਾਂ ਤੇ ਭਰੋਸਾ ਕਰਨ ਵਾਲੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ ਤੇ ਨਿਤਨੇਮ ਸੰਭਾਲਣ ਵਾਲੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਦੀ ਬਾਹ ਫੜ ਕੇ ਸਵੇਰੇ ਉਹਨੂੰ ਅੰਮ੍ਰਿਤ ਵੇਲੇ ਉਠਾਉਣਾ, ਨਿਤਨੇਮ ਕਰਵਾਉਣਾ। ਤਾਂ ਬੱਚਿਓ ਕੀ ਹੈ, ਜਦੋਂ ਬਰਾਤ ਆਈ ਉਸ ਵੇਲੇ ਉਸ ਭਾਈ ਆਕਲ ਨੂੰ ਤੇ ਉਹਨਾਂ ਦੀ ਪਤਨੀ ਨੂੰ ਉਸ ਵੇਲੇ ਪਤਾ ਲੱਗਿਆ ਕਿ ਮੁੰਡਾ ਤਾਂ ਨਿਤਨੇਮੀ ਬਿਲਕੁਲ ਵੀ ਨਹੀਂ ਹੈ, ਉਹ ਤਾਂ ਮੜੀਆਂ ਮਸਾਣਾ ਵਿੱਚ ਜਾਣ ਵਾਲਾ ਹੈ। ਇਹ ਸੁਣ ਕੇ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਘਾਬਰ ਗਏ ਸਾਰੇ। ਜਦੋਂ ਕੁੜੀ ਨੂੰ ਪਤਾ ਲੱਗਿਆ, ਕੁੜੀ ਪਹਿਲਾਂ ਤਾਂ ਘਬਰਾਈ, ਰੋਈ ਕਿ ਮੈਂ ਕੀ ਕਰਾਂਗੀ ਇਸ ਘਰ ਜਾ ਕੇ, ਪਰ ਫਿਰ ਉਸਨੂੰ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਹਮਣੇ ਉਹਨੇ ਦੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਨਾਲ ਹਨ। ਉਹਨੇ ਪੂਰਾ ਭਰੋਸਾ ਕੀਤਾ, ਉਹਨੇ ਅਰਦਾਸ ਕੀਤੀ ਉਸੇ ਟਾਈਮ ਕਿ ਗੁਰੂ ਜੀ ਮੈਨੂੰ ਬਚਾ ਲਓ, ਮੈਂ ਵਿਆਹ ਤਾਂ ਕਰਵਾਉਣਾ ਹੈ, ਹੁਣ ਮੇਰਾ ਪਤੀ ਬਣਨ ਵਾਲਾ ਹੈ, ਪਰ ਮੈਂ ਉਹ ਨਹੀਂ ਸਹਾਰ ਸਕਾਂਗੀ ਜੋ ਉਸ ਘਰ ਵਿੱਚ ਹੁੰਦਾ ਹੈ। ਤਾਂ ਭਾਈ ਵੀਰ ਸਿੰਘ ਜੀ ਨੇ ਵੀ ਤਾਂ ਇੱਕ ਵਾਰੀ, ਭਾਈ ਨੰਦ ਲਾਲ ਜੀ ਨੇ ਵੀ ਇੱਕ ਵਾਰੀ ਕਿਹਾ ਸੀ, ਕਦੇ ਕਿਸੇ ਸ਼ਰਾਬੀ ਦੇ ਘਰ ਕੁੜੀ ਨਾ ਦਿਓ, ਚਾਹੇ ਸ਼ਰਾਬੀ ਦੀ ਕੁੜੀ ਆਪਣੇ ਘਰ ਲੈ ਆਓ, ਪਰ ਸ਼ਰਾਬ ਪੀਣ ਵਾਲੇ ਦੇ ਘਰ ਕਦੀ ਕੁੜੀ ਨਾ ਦਿਓ। ਕਿਉਂ? ਉਹਨਾਂ ਨੇ ਕਿਹਾ ਕਿ ਜੇ ਅਸੀਂ ਇੱਕ ਸ਼ਰਾਬੀ ਦੀ ਕੁੜੀ ਨੂੰ ਕਿਸੇ ਘਰ ਵਿਆਹੁੰਦੇ ਹਾਂ, ਜਿਸ ਘਰ ਉਹ ਜਾ ਰਹੀ ਹੈ ਉੱਥੇ ਸ਼ਰਾਬ ਦਾ ਨਾਮੋ ਨਿਸ਼ਾਨ ਨਹੀਂ ਹੈ, ਪਰ ਕੀ ਹੋਏਗਾ, ਉੱਥੇ ਜਾ ਕੇ ਕੁੜੀ ਨੂੰ ਸੁਧਾਰ ਲੈਣਗੇ, ਉਹ
ਕੁੜੀ ਨੂੰ ਸੁਧਾਰਨਾ ਮਤਲਬ ਹੈ ਕਿ ਕੁੜੀ ਉਹਨਾਂ ਦੇ ਅਸੂਲਾਂ ਤੇ ਢਲ ਜਾਏਗੀ। ਪਰ ਜੇ ਅਸੀਂ ਕਿਸੇ ਸ਼ਰਾਬੀ ਦੇ ਘਰ ਕੁੜੀ ਨੂੰ ਵਿਆਵਾਂਗੇ, ਉੱਥੇ ਕੁੜੀ ਨੂੰ ਪੈਗ ਬਣਾ ਕੇ ਦੇਣੇ ਪੈਣਗੇ ਜਾਂ ਏਦਾਂ ਦੇ ਕੰਮ ਕਰਨੇ ਪੈਣਗੇ, ਨੌਨ ਵੈਜ ਬਣਾਉਣਾ ਪਏਗਾ। ਕੁੜੀ ਤੇ ਕੀ ਬੀਤੇਗੀ, ਉਹ ਤੇ ਜ਼ਿੰਦੇ ਹੀ ਮਰ ਜਾਏਗੀ। ਇਸ ਕਰਕੇ ਉਹਨਾਂ ਨੂੰ ਇਹ ਲੱਗਿਆ ਕਿ ਕੁੜੀ ਇਹੋ ਜਿਹੇ ਘਰ ਜਾਏਗੀ ਜਿੱਥੇ ਕਿ ਮੜੀਆਂ ਮਸਾਨਾਂ ਤੇ ਜਾਂਦੇ ਨੇ, ਮੱਥੇ ਟੇਕਦੇ ਨੇ, ਕਦੀ ਗੁਰਦੁਆਰੇ ਨਹੀਂ ਗਏ, ਕਦੀ ਉਹਨਾਂ ਨੇ ਨਿਤਨੇਮ ਨਹੀਂ ਕੀਤਾ, ਕਦੀ ਪਾਠ ਨਹੀਂ ਕੀਤਾ, ਤੇ ਸਾਡੀ ਕੁੜੀ ਦਾ ਕੀ ਬਣੇਗਾ। ਪਰ ਦੇਖੋ ਕੁੜੀ ਦਾ ਭਰੋਸਾ, ਬੇਟੀ ਦਾ ਭਰੋਸਾ ਦੇਖੋ ਬੱਚਿਓ। ਬੇਟੀ ਨੇ ਆਪਣੇ ਮਾਤਾ ਪਿਤਾ ਨੂੰ ਤਸੱਲੀ ਦਿੱਤੀ ਕਿ ਪਿਤਾ ਜੀ ਤੁਸੀਂ ਘਬਰਾਓ ਨਾ, ਸਭ ਠੀਕ ਹੋ ਜਾਏਗਾ। ਉਹਨੇ ਮਨ ਹੀ ਮਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਰਦਾਸ ਕੀਤੀ, ਮੈਨੂੰ ਬਚਾ ਲਓ। ਗੁਰੂ ਹਰਗੋਬਿੰਦ ਸਾਹਿਬ ਜੀ ਉਧਰ ਆਪਣੀ ਜਗ੍ਹਾ ਚਿੰਤਿਤ ਹੋ ਗਏ ਕਿ ਮੈਂ ਆਪਣੀ ਬੱਚੀ ਨੂੰ ਬਚਾਉਣਾ ਹੈ, ਆਪਣੀ ਬੱਚੀ ਨੂੰ ਉਹਨਾਂ ਚੀਜ਼ਾਂ ਵਿੱਚ ਨਹੀਂ ਪੈਣ ਦੇਣਾ ਹੈ। ਉਹਨਾਂ ਨੇ ਆਪਣੇ ਸਿੱਖਾਂ ਨੂੰ ਕੀ ਆਦੇਸ਼ ਦਿੱਤਾ। ਉਹਨਾਂ ਨੂੰ ਪਤਾ ਸੀ ਕਿ ਕਿਧਰੋਂ ਡੋਲੀ ਨਿਕਲਣੀ ਹੈ, ਬਰਾਤ ਆਈ ਹੈ, ਇਸ ਰਸਤੇ ਕਿਸ ਰਸਤੇ ਡੋਲੀ ਦੇ ਨੇ ਵਾਪਸ ਜਾਣਾ ਹੈ ਔਰ ਕੁੜੀ ਨੇ ਮੁੰਡੇ ਵਾਲਿਆਂ ਦੇ ਘਰ ਪਹੁੰਚਣਾ ਹੈ। ਉਹਨਾਂ ਨੇ ਉਸ ਰਸਤੇ ਤੇ ਇੱਕ ਪੰਡਾਲ ਸਜਾਉਣ ਵਾਸਤੇ ਆਪਣੇ ਸੇਵਾਦਾਰਾਂ ਨੂੰ, ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ। ਅਸੀਂ ਸੁਣ ਕੇ ਹੈਰਾਨ ਹੋ ਰਹੇ ਹਾਂ ਨਾ ਕਿ ਉਸ ਜਗ੍ਹਾ ਤੇ ਰਸਤੇ ਵਿੱਚ ਪੰਡਾਲ ਲਗਾ ਲਏ ਮਹਾਰਾਜ ਜੀ ਨੇ। ਦੇਖੋ ਉਹਨਾਂ ਦੀ ਮਤਲਬ ਕਿ ਮੈਂ ਬਿਆਨ ਨਹੀਂ ਕਰ ਸਕਦੀ ਆਪਣੀ ਫੀਲਿੰਗ ਇਸ ਟਾਈਮ ਕਿ ਉਹਨਾਂ ਨੇ ਉਸ ਜਗ੍ਹਾ ਤੇ ਪੰਡਾਲ ਸਜਾਇਆ ਜਿੱਥੋਂ ਕੁੜੀ ਦੀ ਡੋਲੀ, ਉਹਨਾਂ ਦੀ ਬੱਚੀ ਦੀ ਡੋਲੀ ਲੰਘਣੀ ਸੀ। ਉੱਥੇ ਕੀਰਤਨ ਸ਼ੁਰੂ ਹੋ ਗਿਆ। ਗੁਰੂ ਮਹਾਰਾਜ ਜੀ ਆਪ ਹਾਜ਼ਰ ਹਨ ਕੀਰਤਨ ਦਰਬਾਰ ਦੇ ਵਿੱਚ। ਜਦੋਂ ਡੋਲੀ ਉੱਥੋਂ ਨਿਕਲੀ, ਕੁੜੀ ਦੇ ਕੰਨਾਂ ਵਿੱਚ ਆਵਾਜ਼ ਪਈ ਕੀਰਤਨ ਦੀ। ਉਹਨੂੰ ਖਿੱਚ ਸੀ ਕੀਰਤਨ ਦੀ, ਉਹਨੂੰ ਲਗਨ ਸੀ ਕੀਰਤਨ ਦੀ, ਉਹਨੂੰ ਗੁਰੂ ਮਹਾਰਾਜ ਦੇ ਨਾਲ ਖਿੱਚ ਸੀ ਕਿ ਮੈਂ ਗੁਰੂ ਮਹਾਰਾਜ ਮੈਨੂੰ ਪੱਕਾ ਇੱਥੇ ਦਰਸ਼ਨ ਦੇਣਗੇ। ਉਹਨੇ ਕੀ ਕੀਤਾ, ਉਹ ਡੋਲੀ ਵਿੱਚ ਜਾ ਰਹੀ ਸੀ, ਆਸ-ਪਾਸ ਡੋਲੀ ਨੂੰ ਕਵਰ ਕੀਤਾ ਹੋਇਆ ਸੀ ਪਰਦਿਆਂ ਦੇ ਨਾਲ, ਤੇ 4 ਕਹਾਰਾਂ ਨੇ ਡੋਲੀ ਨੂੰ ਮੋਢਿਆਂ ਤੇ ਚੱਕਿਆ ਹੋਇਆ ਸੀ ਤੇ ਉਹਨੇ ਗਹਿਣਿਆਂ ਨਾਲ ਲੱਦੀ ਹੋਈ ਸੀ। ਉਸਨੇ ਕੀ ਕੀਤਾ, ਆਪਣੇ ਸਾਰੇ ਗਹਿਣੇ ਉਤਾਰ ਕੇ 4 ਕਹਾਰਾਂ ਨੂੰ ਦੇ ਦਿੱਤੇ। ਦੇਖੋ ਗਰੀਬ ਬੰਦੇ ਸਨ, ਥੋੜਾ ਮਨ ਵਿੱਚ ਲਾਲਚ ਤੇ ਆ ਹੀ ਜਾਂਦਾ ਨਾ, ਇੰਨਾ ਸੋਨਾ ਮਿਲਿਆ। ਤਾਂ ਉਹ ਕਹਾਰ ਸੋਨਾ ਲੈ ਕੇ ਖੁਸ਼ ਹੋ ਗਏ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਇੱਥੇ ਰੁਕੋ, ਮੈਂ ਹੁਣੇ ਮੱਥਾ ਟੇਕ ਕੇ ਆਉਂਦੀ ਹਾਂ। ਕਹਾਰ ਰੁਕ ਗਏ, ਬਰਾਤੀ ਅੱਗੇ ਨਿਕਲ ਗਏ, ਉਹਨਾਂ ਨੂੰ ਪਤਾ ਨਹੀਂ ਲੱਗਾ ਡੋਲੀ ਪਿੱਛੇ ਰੁਕੀ ਹੋਈ ਹੈ, ਨਹੀਂ ਧਿਆਨ ਗਿਆ। ਤੇ ਉਹ ਮੱਥਾ ਟੇਕਣ ਗਈ, ਜਾ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਈ, हे ਮਹਾਰਾਜ ਮੈਨੂੰ ਬਚਾ ਲਓ, ਮੇਰੇ ਪਤੀ ਨੂੰ ਵੀ ਬਚਾ ਲਓ। ਗੁਰੂ ਮਹਾਰਾਜ ਜੀ ਨੇ ਉਸ ਬੱਚੀ ਦੇ ਸਿਰ ਤੇ ਹੱਥ ਰੱਖਿਆ, ਆਪਣਾ ਅੰਗੂਠਾ ਉਹਦੇ ਮੱਥੇ ਤੇ ਫੇਰਿਆ ਤੇ ਉਹਨਾਂ ਨੇ ਕਿਹਾ, ਬੱਚੀ ਤੁਹਾਡੇ ਲਈ ਬੈਠੇ ਹਾਂ ਅਸੀਂ, ਤੇਰੇ ਲਈ ਬੈਠੇ ਹਾਂ, ਤੇਰੇ ਲੇਖ ਮਿਟਾਣੇ ਹਨ, ਤੂੰ ਚਿੰਤਾ ਨਾ ਕਰ। ਅੰਗੂਠੇ ਨਾਲ ਗੁਰੂ ਮਹਾਰਾਜ ਜੀ ਨੇ ਉਸ ਬੱਚੀ ਦੇ ਲੇਖ ਮਿਟਾ ਦਿੱਤੇ ਜੋ ਲਿਖੇ ਸਨ ਉਸ ਜਗ੍ਹਾ ਤੇ ਜਾਣ ਵਾਸਤੇ। ਪਾਸਾ ਪਲਟ ਗਿਆ। ਕੀ ਹੈ ਬੇਟਾ, ਭਰੋਸਾ ਨਾ। ਕੀ ਹੋਇਆ, ਉਧਰੋਂ ਉਸਦਾ ਪਤੀ ਉਸਨੂੰ ਲੱਭਦਾ ਹੈਰਾਨ ਹੋ ਗਿਆ, ਡੋਲੀ ਵਿੱਚ ਉਹਦੀ ਪਤਨੀ ਨਹੀਂ ਬੈਠੀ ਸੀ, ਹੈਰਾਨ ਹੋ ਗਿਆ। ਉਹ ਜਦੋਂ ਕਹਾਰਾਂ ਨੇ ਦੱਸਿਆ ਕਿ ਉਧਰ ਮੱਥਾ ਟੇਕਣ ਗਈ ਹੈ, ਉਹ ਪਿੱਛੇ ਚਲਾ ਗਿਆ। ਪਿੱਛੇ ਚਲਾ ਗਿਆ, ਕੀ ਵੇਖਿਆ ਕਿ ਪਤਨੀ ਉੱਥੇ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਬੈਠੀ ਹੈ, ਅਰਦਾਸ ਕਰਦੀ ਪਈ ਹੈ। ਉਹ ਵੀ ਉੱਥੇ ਢਹਿ ਪਿਆ। ਤਾਂ ਪਤਨੀ ਨੇ ਕਿਹਾ, ਦੇਖੋ ਮਹਾਰਾਜ ਜੀ ਮੇਰੇ ਪਤੀ ਹਨ, ਇਹਨਾਂ ਨੂੰ ਵੀ ਬਖਸ਼ਿਸ਼ ਦਿਓ, ਤੁਸੀਂ ਆਪਣੀ ਇਹਨਾਂ ਦੇ ਸਿਰ ਤੇ ਵੀ ਹੱਥ ਰੱਖੋ। ਗੁਰੂ ਮਹਾਰਾਜ ਜੀ ਨੇ ਉਸ ਬੱਚੇ ਤੇ ਵੀ ਬਖਸ਼ਿਸ਼ ਕੀਤੀ। ਉਹ ਬੱਚਾ ਵੀ ਉਹਨਾਂ ਦੀ ਬਖਸ਼ਿਸ਼ ਲਈ ਉਸਨੇ, ਉਹ ਵੀ ਨਿਤਨੇਮੀ ਬਣ ਗਿਆ। ਦੋਨੋਂ ਖੁਸ਼ੀ ਆਪਣੇ ਘਰ ਚਲੇ ਗਏ ਤੇ ਸਦਾ ਲਈ ਦੋਨੋਂ ਨਿਤਨੇਮੀ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਲੇ ਬਣ ਗਏ। ਤਾਂ ਬੱਚਿਓ ਇਹ ਹਨ ਮਤਲਬ ਕਿ ਕਾਫੀ ਸਾਡੇ ਇਤਿਹਾਸ ਵਿੱਚ ਸਾਨੂੰ ਇੰਨੀਆਂ ਚੀਜ਼ਾਂ ਮਿਲਦੀਆਂ ਹਨ ਕਿ ਜਿੱਥੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਜੋ ਵੀ ਮੰਗਣਾ ਹੈ ਉਸ ਪਰਮਾਤਮਾ ਤੋਂ ਮੰਗਣਾ ਹੈ। ਉਸਨੇ ਹੀ ਸਾਨੂੰ ਸਭ ਕੁਝ ਦੇਣਾ ਹੈ। ਉਹ ਦੇਣਹਾਰ ਹੈ, ਉਹ ਬਖਸ਼ਣਹਾਰ ਹੈ। ਅਸੀਂ ਜਿੰਨੀਆਂ ਵੀ ਭੁੱਲਾਂ ਕਰ ਲਈਏ ਉਸਨੇ ਸਾਨੂੰ ਮਾਫ ਕਰ ਦੇਣਾ ਹੈ। ਸੋ ਮੇਰਾ ਮਨ ਬਹੁਤ ਭਾਵੁਕ ਹੋ ਚੁੱਕਾ ਹੈ ਇਸ ਟਾਈਮ। ਜੇ ਅਸੀਂ ਸਾਰੇ ਇੰਨਾ ਭਰੋਸਾ ਕਰਕੇ ਉਹਨਾਂ ਵਰਗੇ ਬਣ ਜਾਈਏ ਤਾਂ ਸਾਡਾ ਜਿਹੜਾ ਅੱਜ ਸਿੱਖ ਕੌਮ ਸਾਡੀ ਭਟਕ ਰਹੀ ਹੈ, ਅਸੀਂ ਡੁੱਬਦੇ ਜਾ ਰਹੇ ਹਾਂ, ਕੋਈ ਇੱਧਰ ਜਾ ਰਿਹਾ ਹੈ, ਕੋਈ ਉੱਧਰ ਜਾ ਰਿਹਾ ਹੈ, ਕਿਤੇ ਕੁਛ ਹੋ ਰਿਹਾ ਹੈ। ਸੋ ਮੈਨੂੰ ਲੱਗਦਾ ਹੈ ਕਿ
ਅੱਜ ਦਾ ਮੇਰਾ ਵਿਚਾਰ, ਜੋ ਮੈਂ ਆਪਣੇ ਵਿਚਾਰ, ਕੁਝ ਧਾਰਮਿਕ ਵਿਚਾਰ ਆਪਣੀ ਛੋਟੀ ਜਿਹੀ ਜ਼ੁਬਾਨ ਤੋਂ, ਆਪਣੇ ਛੋਟੇ ਮੂੰਹ ਤੋਂ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ। ਤੋ ਮੇਰੇ ਕੋਲੋਂ ਕਾਫੀ ਗਲਤੀਆਂ ਵੀ ਹੋ ਗਈਆਂ ਹੋਣੀਆਂ ਹਨ। ਸੋ ਇੰਨਾ ਹੀ ਬੱਚਿਓ, ਮੈਂ ਆਪ ਜੀ ਤੋਂ ਵਿਦਾ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕੁਲਵਿੰਦਰ ਕੌਰ ਜੀ। ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਸਾਰਿਆਂ ਨੂੰ ਤੇ ਬੱਚਿਆਂ ਨੂੰ ਵੀ ਭਰੋਸੇ ਦੇ ਬਾਰੇ ਸਮਝਾਇਆ ਕਿ ਕਿਸ ਤਰ੍ਹਾਂ ਅਸੀਂ ਭਰੋਸਾ ਗੁਰੂ ਤੇ ਰੱਖ ਸਕਦੇ ਹਾਂ। ਤੁਹਾਡੇ ਕੋਲੋਂ ਇਤਿਹਾਸ ਸੁਣਦੇ ਸੁਣਦੇ ਇੱਕ ਮੈਨੂੰ ਹੋਰ ਗਾਥਾ ਯਾਦ ਆਈ ਹੈ, ਜੋ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ। ਭੈਣ ਜੀ ਥੋੜਾ ਇਹ ਉੱਚਾ ਸਾਖੀ ਬੋਲੋ। ਇਹ ਸਾਖੀ ਨਹੀਂ ਹੈ, ਇਹ ਇੱਕ ਇੰਸੀਡੈਂਟ ਹੈ ਜੋ ਕਿ ਵਾਪਰੀ ਹੈ। ਇੱਕ ਬੱਚਾ ਛੋਟਾ ਸੀ। ਆ ਰਹੀ ਆਵਾਜ਼ ਜੀ? ਬਹੁਤ ਘੱਟ ਆਵਾਜ਼ ਆ ਰਹੀ ਹੈ। ਅੱਛਾ, ਹੁਣ ਹਾਂਜੀ ਆ ਰਹੀ ਹੈ? ਹਾਂਜੀ ਥੋੜੀ ਹਾਂਜੀ। ਥੋੜੀ, ਚਲੋ ਮੈਂ ਕੰਨ ਨਾਲ ਲਗਾ ਲੈਂਦੀ ਹਾਂ। ਅੱਛਾ, ਇਸ ਤਰ੍ਹਾਂ ਹਾਂਜੀ ਹੈ ਕਿ ਇੱਕ ਛੋਟਾ ਬੱਚਾ ਸੀ, ਉਸਨੂੰ ਹਾਂਜੀ ਹਾਰਟ ਦੀ ਪ੍ਰੋਬਲਮ ਸੀ, ਜੀ ਸੀਰੀਅਸ ਹਾਰਟ ਡਿਜ਼ੀਜ਼ ਸੀ। ਜੀ ਉਸਦਾ ਆਪਰੇਸ਼ਨ ਹੋਣਾ ਸੀ ਅਤੇ ਜੀ ਆਪਰੇਸ਼ਨ ਵਿੱਚ ਬਹੁਤ ਖਤਰਾ ਸੀ ਕਿ ਉਸਦੀ ਜਾਨ ਵੀ ਜਾ ਸਕਦੀ ਹੈ। ਤੇ ਜੀ ਉਸ ਬੱਚੀ ਦੀ ਮਾਤਾ ਜੀ ਨੇ ਉਸ ਬੱਚੀ ਨੂੰ ਕਿਹਾ ਕਿ ਤੇਰਾ ਆਪਰੇਸ਼ਨ ਸਕਸੈਸਫੁਲ ਹੋਏਗਾ, ਕਿਉਂਕਿ ਤੇਰੇ ਅੰਦਰ ਪਰਮਾਤਮਾ ਵਸਦਾ ਹੈ। ਤੇਰੇ ਦਿਲ ਦੇ ਅੰਦਰ ਪਰਮਾਤਮਾ ਹੈ ਤੇ ਉਹ ਤੇਰੇ ਦਿਲ ਨੂੰ ਜ਼ਰੂਰ ਠੀਕ ਕਰ ਦੇਗਾ। ਉਸ ਬੱਚੀ ਨੂੰ ਆਪਣੀ ਮੰਮੀ ਦੇ ਗੱਲ ਦੇ ਉੱਤੇ ਪੂਰਾ ਵਿਸ਼ਵਾਸ ਸੀ ਤੇ ਉਸਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਪਰਮਾਤਮਾ ਮੇਰੇ ਦਿਲ ਦੇ ਵਿੱਚ ਵਸਦਾ ਹੈ ਅਤੇ ਉਹ ਮੈਨੂੰ ਠੀਕ ਕਰੇਗਾ। ਜਿਸ ਵੇਲੇ ਉਹ ਆਪਰੇਸ਼ਨ ਵਾਸਤੇ ਆਪਰੇਸ਼ਨ ਥੀਏਟਰ ਦੇ ਵਿੱਚ ਉਸਨੂੰ ਲੈ ਕੇ ਗਏ ਤਾਂ ਉਸਨੇ ਡਾਕਟਰ ਨੂੰ ਕਿਹਾ, ਡਾਕਟਰ ਸਾਹਿਬ, ਤੁਸੀਂ ਜਦੋਂ ਮੇਰਾ ਦਿਲ ਦਾ ਆਪਰੇਸ਼ਨ ਕਰੋਗੇ ਤਾਂ ਤੁਸੀਂ ਦਿਲ ਨੂੰ ਕੱਟੋਗੇ ਤਾਂ ਉਹਦੇ ਅੰਦਰ ਪਰਮਾਤਮਾ ਜੀ ਬੈਠੇ ਹੋਣਗੇ। ਮੈਨੂੰ ਪਰਮਾਤਮਾ ਦਾ ਨਹੀਂ ਪਤਾ ਕਿ ਉਹ ਕਿਹੋ ਜਿਹਾ ਹੈ। ਮੇਰੇ ਮੰਮੀ ਨੇ ਦੱਸਿਆ ਹੈ ਕਿ ਪਰਮਾਤਮਾ ਤੇਰੇ ਦਿਲ ਦੇ ਅੰਦਰ ਬੈਠਾ ਹੈ ਤੇ ਤੇਰਾ ਆਪਰੇਸ਼ਨ ਬਿਲਕੁਲ ਠੀਕ ਠਾਕ ਹੋਏਗਾ ਤੇ ਤੂੰ ਬਿਲਕੁਲ ਠੀਕ ਹੋ ਕੇ ਆਏਂਗੀ। ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਕਿ ਤੁਸੀਂ ਦੇਖਣਾ ਕਿ ਪਰਮਾਤਮਾ ਦੀ ਸ਼ਕਲ ਕਿਹੋ ਜਿਹੀ ਹੈ, ਉਹਦਾ ਰੂਪ ਕਿਹੋ ਜਿਹਾ ਹੈ। ਮੈਨੂੰ ਬੜੀ ਕਿਉਰਿਓਸਿਟੀ ਹੈ ਕਿ ਮੇਰੇ ਅੰਦਰ ਪਰਮਾਤਮਾ ਬੈਠਾ ਹੈ ਤੇ ਮੈਂ ਦੇਖਣਾ ਚਾਹੁੰਦੀ ਹਾਂ, ਜਾਣਾ ਚਾਹੁੰਦੀ ਹਾਂ ਕਿ ਉਹ ਕਿਹੋ ਜਿਹਾ ਹੈ। ਡਾਕਟਰ ਬੜਾ ਹੈਰਾਨ ਹੋ ਗਿਆ। ਜਦੋਂ ਉਸਨੇ ਆਪਰੇਸ਼ਨ ਕੀਤਾ, ਆਪਰੇਸ਼ਨ ਸਕਸੈਸਫੁਲ ਹੋ ਗਿਆ, ਉਸਨੂੰ ਵਾਪਿਸ ਲਿਆਂਦਾ ਗਿਆ। ਜਿਸ ਵੇਲੇ ਉਹ ਥੋੜੀ ਜਿਹੀ ਹੋਸ਼ ਵਿੱਚ ਆਈ ਤੇ ਡਾਕਟਰ ਨੂੰ ਸਾਹਮਣੇ ਦੇਖਿਆ ਤਾਂ ਉਹਨੇ ਇੱਕਦਮ ਪੁੱਛਿਆ, ਡਾਕਟਰ ਜੀ, ਤੁਸੀਂ ਦੇਖਿਆ ਸੀ ਮੇਰੇ ਦਿਲ ਦੇ ਵਿੱਚ ਪਰਮਾਤਮਾ ਜੀ ਨੂੰ, ਵਾਹਿਗੁਰੂ ਜੀ ਨੂੰ ਦੇਖਿਆ ਸੀ? ਉਹਨਾਂ ਨੇ ਕਿਹਾ, ਵਾਹ ਹਾਂ ਮੈਂ ਦੇਖਿਆ ਸੀ, ਉਹ ਬੈਠੇ ਸਨ ਉੱਥੇ ਹੀ ਸੀ। ਉਹਨਾਂ ਨੇ ਤੇਰੀ ਬੜੀ ਮਦਦ ਕੀਤੀ ਹੈ, ਤੂੰ ਠੀਕ ਠਾਕ ਹੋ ਗਈ ਹੈ। ਤੇ ਉਹ ਪੁੱਛਣ ਲੱਗੀ, ਡਾਕਟਰ ਸਾਹਿਬ ਮੈਨੂੰ ਦੱਸੋਗੇ ਉਹ ਪਰਮਾਤਮਾ ਕਿਹੋ ਜਿਹਾ ਹੈ? ਤਾਂ ਡਾਕਟਰ ਨੇ ਪਤਾ ਕੀ ਜਵਾਬ ਦਿੱਤਾ ਬੱਚਿਓ? ਡਾਕਟਰ ਨੇ ਜਵਾਬ ਦਿੱਤਾ ਕਿ ਉਹ ਪਰਮਾਤਮਾ ਬਿਲਕੁਲ ਤੇਰੇ ਵਰਗਾ ਹੈ। ਤੇਰੀ ਵਾਹ ਸ਼ਕਲ ਜਿਹੜੀ ਹੈ ਨਾ, ਉਹ ਪਰਮਾਤਮਾ ਦੇ ਨਾਲ ਬਿਲਕੁਲ ਮਿਲਦੀ ਹੈ। ਤਾਂ ਉਹ ਬੱਚੀ ਬੜੀ ਹੈਰਾਨ ਹੋ ਗਈ, ਕਹਿੰਦੀ, ਅੱਛਾ ਡਾਕਟਰ ਸਾਹਿਬ, ਮੇਰੀ ਸ਼ਕਲ ਵਾਹਿਗੁਰੂ ਜੀ ਨਾਲ ਮਿਲਦੀ ਹੈ, ਉਹ ਮੇਰੇ ਵਰਗੇ ਨੇ? ਉਹ ਕਹਿੰਦਾ, ਹਾਂ ਬਿਲਕੁਲ ਤੇਰੇ ਵਰਗੇ ਨੇ। ਅੱਛਾ, ਫਿਰ ਤਾਂ ਉਹ ਮੇਰੇ ਪਾਪਾ ਹੀ ਹੋਏ ਨਾ ਫਿਰ। ਮੇਰੇ ਪਾਪਾ ਦੀ ਸ਼ਕਲ ਮੇਰੇ ਵਰਗੀ ਹੈ, ਮੇਰੀ ਸ਼ਕਲ ਮੇਰੇ ਪਾਪਾ ਵਰਗੀ ਹੈ, ਮੰਮਾ ਵਰਗੀ ਹੈ, ਤੇ ਇਸ ਕਰਕੇ ਪਰਮਾਤਮਾ ਵੀ ਮੇਰੇ ਪਾਪਾ ਹੋਏ। ਉਹ ਕਹਿੰਦੇ, ਹਾਂ ਹਾਂ, ਉਹ ਤੇਰੇ ਪਾਪਾ ਨੇ, ਤੂੰ ਵੀ ਪਰਮਾਤਮਾ ਦਾ ਰੂਪ ਹੈ ਤੇ ਤੇਰਾ ਆਪਰੇਸ਼ਨ ਬਿਲਕੁਲ ਸਕਸੈਸਫੁਲ ਹੋ ਗਿਆ। ਤੇ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਸ ਨੂੰ ਪਰਮਾਤਮਾ ਦੇ ਉੱਤੇ ਪੂਰਾ ਭਰੋਸਾ ਹੋਵੇ, ਭਾਵੇਂ ਡਾਕਟਰ ਨੇ ਉਸਨੇ ਆਪਣੇ ਹਿਸਾਬ ਨਾਲ ਜਵਾਬ ਦਿੱਤਾ ਸੀ, ਪਰ ਇੱਕ ਗੱਲ ਬਹੁਤ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜਿਸ ਨੂੰ ਵਾਹਿਗੁਰੂ ਜੀ ਉੱਤੇ ਪੂਰਾ ਭਰੋਸਾ ਹੋਵੇ, ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ। ਉਹ ਵਾਹਿਗੁਰੂ ਜੀ ਦਾ ਰੂਪ ਹੀ ਹੋ ਜਾਂਦਾ ਹੈ। ਭਰੋਸੇ ਦੀ ਇਤਨੀ ਜ਼ਿਆਦਾ ਇੰਪੋਰਟੈਂਸ ਹੈ। ਇਸੇ ਲਈ ਸਿੱਖ ਜਿਹੜਾ ਉਹ ਭਰੋਸਾ ਦਾਨ ਮੰਗਦਾ ਹੈ।
ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ, ਕਈ ਵਾਰੀ ਅਸੀਂ ਭਰੋਸੇ ਦਾ ਮਤਲਬ ਇਹ ਲੈਂਦੇ ਹਾਂ ਕਿ ਅਸੀਂ ਅਰਦਾਸ ਕੀਤੀ ਹੈ ਤੇ ਜੋ ਅਸੀਂ ਵਾਹਿਗੁਰੂ ਜੀ ਕੋਲੋਂ ਮੰਗਿਆ ਹੈ ਉਹ ਸਾਨੂੰ ਮਿਲ ਜਾਵੇਗਾ। ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਜੋ ਕਰਦੇ ਹਾਂ, ਅਰਦਾਸ ਕਰਦੇ ਹਾਂ, ਅਸੀਂ ਹੁਕਮ ਨਹੀਂ ਕਰਦੇ, ਬੇਨਤੀ ਕਰਦੇ ਹਾਂ। ਅਸੀਂ ਬੇਨਤੀ ਕਰਨੀ ਹੈ ਕਿ ਜੇ ਪਰਮਾਤਮਾ ਨੂੰ ਲੱਗਿਆ ਕਿ ਇਹ ਚੀਜ਼ ਮੇਰੇ ਭਲੇ ਦੀ ਹੈ ਤਾਂ ਉਹ ਮੇਰੀ ਮੰਗ ਪੂਰੀ ਕਰੇਗਾ। ਦੂਜੀ ਗੱਲ, ਜੇ ਅਸੀਂ ਸੱਚੇ ਰਸਤੇ ਤੇ ਚੱਲ ਰਹੇ ਹਾਂ, ਸੱਚ ਦੇ ਰਾਹ ਤੇ ਚੱਲ ਕੇ ਕੋਈ ਜੇ ਮੰਗ ਮੰਗਦੇ ਆ ਤਾਂ ਉਹ ਪਰਮਾਤਮਾ ਸਾਡੀ ਪੂਰੀ ਕਰਦਾ ਹੈ। ਜੇ ਅਸੀਂ ਝੂਠ ਦੇ ਰਾਹ ਤੇ ਚੜ ਕੇ ਕੋਈ ਨਾਜਾਇਜ਼ ਮੰਗ ਮੰਗਦੇ ਆ, ਉਹ ਸਾਡੀ ਮੰਗ ਕਦੇ ਪੂਰੀ ਨਹੀਂ ਹੁੰਦੀ। ਇਸ ਲਈ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਜਦੋਂ ਅਰਦਾਸ ਕਰਦੇ ਹਾਂ ਤਾਂ ਸਾਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਸਾਡੀਆਂ ਗੁਰਮਤ ਅਨੁਸਾਰ ਮੰਗਾਂ ਤਾਂ ਜ਼ਰੂਰ ਪੂਰੀਆਂ ਹੋ ਜਾਣਗੀਆਂ। ਜਦੋਂ ਅਸੀਂ ਅਰਦਾਸ ਕਰਦੇ ਹਾਂ, we are in the company of the God. There is no one else in between us and the God. ਜਾਂ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜੇ ਹੋ ਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਪਰਮਾਤਮਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਡੇ ਵਿਚਕਾਰ ਹੋਰ ਕੋਈ ਵੀ ਨਹੀਂ ਹੁੰਦਾ। ਅਸੀਂ ਬਿਲਕੁਲ ਪਰਮਾਤਮਾ ਦੀ ਕੰਪਨੀ ਦੇ ਵਿੱਚ ਹੁੰਦੇ ਆ। ਜਦੋਂ ਅਸੀਂ ਅਰਦਾਸ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਫਿਰ ਹੁਕਮ ਲੈਂਦੇ ਹਾਂ। ਹੁਕਮ ਕੀ ਹੈ? ਅਸੀਂ ਹੁਕਮ ਜਿਹੜਾ ਲੈਂਦੇ ਹਾਂ ਕੋਈ ਕੰਮ ਕਰਨ ਵਾਸਤੇ, ਅਸੀਂ ਕੋਈ ਵੀ ਕੰਮ ਕਰਨਾ, ਸਿੱਖ ਨੂੰ ਹੁਕਮ ਹੈ ਕਿ ਉਹਨੇ ਅਰਦਾਸ ਕਰਕੇ ਕਰਨਾ, ਤਾਂ ਹੁਕਮ ਦਾ ਮਤਲਬ ਹੈ ਕਿ ਸਾਨੂੰ ਗੁਰੂ ਜੀ ਕੋਲੋਂ ਆਸ਼ੀਰਵਾਦ ਮਿਲਦੀ ਹੈ ਉਸ ਕੰਮ ਦੀ, ਸਾਨੂੰ ਅਗਵਾਈ ਮਿਲਦੀ ਹੈ, ਸਾਨੂੰ ਗੁਰੂ ਜੀ ਦੀ ਸਲਾਹ ਮਿਲਦੀ ਹੈ ਕਿ ਸਾਡੇ ਮਨ ਦੇ ਵਿੱਚ ਜੇ ਕੋਈ ਦੁਬਿਧਾ ਹੋਵੇ ਤਾਂ ਉਸ ਹੁਕਮ ਦੇ ਰਾਹੀਂ ਉਸ ਦੁਬਿਧਾ ਨੂੰ ਵਾਹਿਗੁਰੂ ਜੀ, ਗੁਰੂ ਜੀ ਦੂਰ ਕਰ ਦਿੰਦੇ ਹਨ। ਤੇ ਜਦੋਂ ਉਹ ਦੁਬਿਧਾ ਦੂਰ ਹੋ ਜਾਂਦੀ ਹੈ ਤਾਂ ਸਾਡੇ ਮਨ ਦੇ ਵਿੱਚ ਪੂਰਾ ਭਰੋਸਾ ਵੱਧ ਜਾਂਦਾ ਹੈ ਕਿ ਗੁਰੂ ਦਾ ਹੱਥ ਮੇਰੇ ਸਿਰ ਉੱਤੇ ਹੈ ਤੇ ਗੁਰੂ ਮੇਰੇ ਅੰਗ ਸੰਗ ਹੈ। ਮੈਂ ਜਿੱਥੇ ਵੀ ਜਾਵਾਂਗਾ, ਜੋ ਵੀ ਕਰਾਂਗਾ, ਜਿਹੜਾ ਵੀ ਕੰਮ ਕਰਾਂਗਾ, ਗੁਰੂ ਮੇਰੀ ਮਦਦ ਕਰੇਗਾ। ਇਹਦੇ ਨਾਲ ਸਾਡਾ ਆਤਮ ਭਰੋਸਾ ਜਾਂ ਸੈਲਫ ਕੌਨਫੀਡੈਂਸ ਵੱਧ ਜਾਂਦਾ ਤੇ ਅਸੀਂ ਬਹੁਤ ਕੰਫਰਟੇਬਲ ਫੀਲ ਕਰਦੇ ਹਾਂ ਤੇ ਸਾਡਾ ਐਟੀਟਿਊਡ ਪੋਜ਼ਿਟਿਵ ਹੋ ਜਾਂਦਾ ਹੈ ਤੇ ਸਾਨੂੰ ਹਰ ਕੰਮ ਦੇ ਵਿੱਚ ਸਫਲਤਾ ਮਿਲਦੀ ਹੈ। ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਰਹਿੰਦੀ ਕਿ ਦੂਜੇ ਕੀ ਕਹਿਣ, ਅਸੀਂ ਉਹ ਕੰਮ ਕਰੀ ਜਾਂਦੇ ਹਾਂ ਜੋ ਸਾਡੀ ਗੁਰੂ ਦੀ ਮਰਜ਼ੀ ਦੇ ਮੁਤਾਬਕ ਹੁੰਦਾ ਹੈ। ਅਸੀਂ ਸਿਰਫ ਗੁਰੂ ਦੀ ਖੁਸ਼ੀ ਹਾਸਲ ਕਰਨੀ ਹੈ, ਅਸੀਂ ਕੰਮ ਕਰਨਾ ਹੈ, ਰਿਜ਼ਲਟ ਗੁਰੂ ਜੀ ਨੇ ਦੇਣਾ ਹੈ। ਜੇ ਰਿਜ਼ਲਟ ਸਾਡੇ ਹਿਸਾਬ ਨਾਲ ਠੀਕ ਨਹੀਂ ਵੀ ਆਇਆ ਤਾਂ ਅਸੀਂ ਡੋਲਣਾ ਨਹੀਂ। ਆਪਾਂ ਸਿੱਖ ਇਤਿਹਾਸ ਵਿੱਚ ਦੇਖਦੇ ਹਾਂ ਕਿ 40 ਸਿੰਘ 10 ਲੱਖ ਦੀ ਫੌਜ ਦੇ ਨਾਲ ਜਦੋਂ ਜੂਝਣ ਗਏ ਸੀ ਤਾਂ ਕੀ ਉਹਨਾਂ ਨੇ ਸੋਚਿਆ ਸੀ ਕਿ ਅਸੀਂ ਕੀ ਕਰਾਂਗੇ? ਉਹਨਾਂ ਨੇ ਗੁਰੂ ਦੇ ਭਰੋਸੇ ਦੇ ਉੱਤੇ ਲੜਾਈ ਦੇ ਵਿੱਚ ਇੱਕਦਮ ਗਏ ਨੇ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਸਾਰਾ ਗੜੀ ਦਾ ਸਾਕਾ ਸਾਨੂੰ ਪਤਾ ਹੈ। ਹੋਰ ਵੀ ਇਤਿਹਾਸ ਦੀਆਂ ਬੜੀਆਂ ਐਗਜ਼ਾਮਪਲਸ ਨੇ ਜਿਨ੍ਹਾਂ ਤੋਂ ਤੁਸੀਂ ਜਾਣੂ ਹੋ। ਇਸ ਕਰਕੇ ਇਹ ਮੈਂ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਰਿਜ਼ਲਟ ਨੂੰ ਪਹਿਲਾਂ ਮੂਹਰੇ ਨਹੀਂ ਰੱਖਣਾ, ਅਸੀਂ ਇਹ ਰੱਖਣਾ ਹੈ ਕਿ ਅਸੀਂ ਸੱਚ ਦੇ ਰਾਹ ਉੱਤੇ ਚੱਲ ਰਹੇ ਹਾਂ। ਜੋ ਵੀ ਨਤੀਜਾ ਹੋਏਗਾ ਉਹ ਸਾਡੇ ਭਲੇ ਲਈ ਹੋਏਗਾ। ਜੇ ਜਿੱਤ ਹੋਏਗੀ ਤਾਂ ਵੀ ਭਲੇ ਲਈ, ਜੇ ਹਾਰ ਹੋਏਗੀ ਤਾਂ ਵੀ ਭਲੇ ਲਈ। ਜੇ ਹਾਰ ਹੈ ਤਾਂ ਸਾਡੇ ਲਈ ਉਹ ਵੀ ਜਿੱਤ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਪਰਮਾਤਮਾ ਨੇ ਸਾਡੇ ਭਲੇ ਲਈ ਇਹ ਕੀਤਾ ਹੈ। ਇਹ ਹੁੰਦਾ ਭਰੋਸਾ, ਪੂਰਾ ਭਰੋਸਾ ਗੁਰੂ ਉੱਤੇ ਰੱਖਣਾ। ਇਹ ਨਹੀਂ ਕਿ ਅੱਜ ਸਾਡੀ ਇੱਥੋਂ ਮੰਗ ਪੂਰੀ ਨਹੀਂ ਹੋਈ ਤੇ ਚਲੋ ਅਸੀਂ ਕਿਸੇ ਬਾਬੇ ਕੋਲ ਚਲੇ ਜਾਈਏ, ਚਲੋ ਅਸੀਂ ਕਿਸੇ ਕਬਰ ਤੇ ਜਾ ਕੇ ਮੱਥਾ ਟੇਕ ਲਈਏ, ਕਿਸੇ ਕੋਲੋਂ ਕੋਈ ਪੁੱਛ ਲੈ ਲਈਏ। ਸਾਨੂੰ ਭਰੋਸਾ ਇੱਕੋ ਉੱਤੇ ਰੱਖਣਾ ਹੈ, ਪਰਮਾਤਮਾ ਉੱਤੇ, ਗੁਰੂ ਅਤੇ ਸਿੱਖ ਉੱਤੇ। ਸਿੱਖ ਗੁਰੂ ਦਾ ਰੂਪ ਹੈ ਤੇ ਗੁਰੂ ਪਰਮਾਤਮਾ ਦਾ ਰੂਪ ਹੈ। ਅਸੀਂ ਸਿਰਫ ਭਰੋਸਾ ਰੱਖਣਾ ਹੈ ਪਰਮਾਤਮਾ, ਗੁਰੂ ਅਤੇ ਸਿੱਖੀ ਉੱਤੇ। ਇਹ ਚੀਜ਼ਾਂ ਹਮੇਸ਼ਾ ਰਹਿਣ ਵਾਲੀਆਂ ਹਨ। ਕੋਈ ਆਪਾਂ ਮਾਇਆ ਦਾ, ਚਤੁਰਾਈਆਂ ਦਾ, ਵਿਦਿਆ ਦਾ ਅਸੀਂ ਅਭਿਮਾਨ ਨਹੀਂ ਕਰਨਾ। ਆਪਣੇ ਰੁਤਬੇ ਉੱਤੇ ਭਰੋਸਾ ਨਹੀਂ ਰੱਖਣਾ ਕਿ ਮੈਂ ਬੜੇ ਅੱਛੇ ਅਹੁਦੇ ਤੇ ਬੈਠੀ ਹਾਂ ਤੇ ਮੇਰਾ ਕੰਮ ਹੋ ਜਾਏਗਾ। ਅਜਿਹਾ ਕੁਝ ਨਹੀਂ ਹੈ। ਭਰੋਸਾ ਪਰਮਾਤਮਾ ਉੱਤੇ ਰੱਖਣਾ ਹੈ, ਪੂਰਾ ਭਰੋਸਾ ਰੱਖਣਾ ਹੈ ਅਤੇ ਅਰਦਾਸ ਕਰਕੇ ਜਦੋਂ ਹੁਕਮ ਲੈਣਾ ਤੇ ਸਾਨੂੰ ਅਗਵਾਈ ਅਤੇ ਆਸ਼ੀਰਵਾਦ ਜਦੋਂ ਮਿਲਦੀ ਹੈ ਤੇ ਸਾਡਾ ਭਰੋਸਾ ਦੁੱਗਣਾ ਹੋ ਜਾਂਦਾ ਹੈ। ਮੈਂ ਇੰਨਾ ਹੀ ਦੱਸਣਾ ਚਾਹੁੰਦੀ ਹਾਂ ਭਰੋਸਾ ਦਾਨ ਦੇ ਬਾਰੇ, ਤੇ ਜੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਂ ਮਾਫੀ ਮੰਗਦੀ ਹਾਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੁਲਵਿੰਦਰ ਕੌਰ ਜੀ, ਡਾਕਟਰ ਦਰਸ਼ਨਜੋਤ ਕੌਰ ਜੀ ਤੇ ਹੋਰ ਸਾਰੇ ਬੱਚੇ ਜਿਹੜੇ ਇੱਥੇ ਬੈਠੇ ਨੇ, ਮੈਨੂੰ ਯਕੀਨ ਹੈ ਕਿ ਉਹਨਾਂ ਨੇ ਭਰੋਸੇ ਬਾਰੇ ਗੱਲ ਸਿੱਖੀ ਹੋਵੇਗੀ। ਇਹ ਜਿਹੜੀ ਹੁਣ ਗੱਲ ਚੱਲ ਰਹੀ ਸੀ ਤਾਂ ਮੇਰੇ ਦਿਮਾਗ ਵਿੱਚ ਗੁਰਬਾਣੀ ਦੀ ਤੁਕ ਆ ਰਹੀ ਸੀ ਕਿ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਅਸੀਂ ਲਾਡ ਲਡਾਉਂਦੇ ਆ। ਇੱਕ ਛੋਟਾ ਬੱਚਾ ਨਾ ਮਾਂ ਦੇ ਨਾਲ ਲਾਡ ਲਡਾਉਂਦਾ, ਮਾਂ ਦੇ ਨਾਲ ਲਾਡ ਲਡਾਉਂਦੇ ਆ, ਕਦੀ ਉਹਦੇ ਵਾਲ ਖਿੱਚ ਦਿੰਦਾ ਹੈ, ਕਦੀ ਉਹਦੇ ਮੂੰਹ ਤੇ ਚੁੰਡੀ ਵੜ ਦਿੰਦਾ ਹੈ, ਕਦੀ ਕੁਛ ਕਰ ਦਿੰਦਾ ਹੈ, ਕਦੀ ਕੁਛ ਕਰ ਦਿੰਦਾ ਹੈ, ਕਦੀ ਹੋਰ ਕੋਈ ਚੀਜ਼ ਵਿਗਾੜ ਦਿੰਦਾ ਹੈ, ਸਾਰਾ ਕੁਛ ਕਰਦਾ ਹੈ, ਪਰ ਮਾਂ ਗੁੱਸਾ ਨਹੀਂ ਕਰਦੀ। ਸੋ ਅਸੀਂ ਵੀ ਲਾਡ ਭਾਵੇਂ ਲਡਾ ਲਈਏ ਗੁਰੂ ਦੇ ਨਾਲ, ਪਰ ਭਰੋਸਾ ਨਹੀਂ ਛੱਡਣਾ, ਜਿਵੇਂ ਉਹ ਬੱਚਾ ਭਰੋਸਾ ਨਹੀਂ ਛੱਡਦਾ। ਭਰੋਸਾ ਜਨਰਲੀ ਆਮ ਤੌਰ ਤੇ ਵੈਸੇ ਅਸੀਂ ਉਦੋਂ ਭਰੋਸੇ ਵਾਲੀ ਗੱਲ ਤੇ ਆਉਂਦੇ ਆ ਜਦੋਂ ਸਾਡਾ ਸਾਰਾ ਅਸੀਂ ਆਪਣਾ ਬਲ ਗਵਾ ਬੈਠਦੇ। ਜਦੋਂ ਇਹ ਹੋ ਜਾਂਦਾ ਕਿ ਨਹੀਂ ਜੀ ਮੈਂ ਨਹੀਂ ਕੁਝ ਕਰ ਸਕਦਾ, ਮੈਂ ਨਹੀਂ ਕੁਝ ਕਰ ਸਕਦਾ, ਤੇ ਫਿਰ ਅਸੀਂ ਕਹਿੰਦੇ ਚਲੋ ਪਰਮਾਤਮਾ ਅੱਗੇ ਅਰਦਾਸ ਕਰੀਏ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਐਫਰਟ ਛੱਡ ਦਈਏ। ਹੁਣ ਮੈਂ ਇੱਕ ਹੋਰ ਕਹਾਣੀ ਪੜ੍ਹ ਰਹੀ ਸੀ ਕਿ ਇੱਕ ਹਿਰਨ ਪਾਣੀ ਪੀ ਰਿਹਾ ਸੀ ਦਰਿਆ ਦੇ ਵਿੱਚੋਂ। ਇੱਕ ਬੰਦਾ ਵੀ ਉੱਥੇ ਗਿਆ ਤੇ ਉਹਨੇ ਕਿਹਾ ਵੀ ਇੱਥੇ ਪਾਣੀ ਹੋਏਗਾ, ਪਰ ਦਰਿਆ ਸੀ ਜਿਹੜਾ, ਇਹ ਸੂਫੀਆਂ ਦੀ ਕਹਾਣੀ ਹੈ। ਹਰ ਮਜ਼ਹਬ ਨੇ ਨਾ ਆਪਣੀ ਕਹਾਣੀ ਬਣਾਈ ਹੁੰਦੀ ਹੈ ਕੋਈ ਨਾ ਕੋਈ ਛੋਟੇ ਛੋਟੇ ਲੈਸਨਸ ਦੇਣ ਲਈ। ਤੇ ਉਹ ਕਹਿੰਦੇ ਦਰਿਆ ਨੀਵਾਂ ਹੋ ਗਿਆ, ਇੰਨਾ ਨੀਵਾਂ ਹੋ ਗਿਆ ਕਿ ਖੂਹ ਬਣ ਗਿਆ। ਤੇ ਉਹ ਸੂਫੀ ਕਹਿੰਦਾ ਹੇ ਪਰਮਾਤਮਾ, ਤੂੰ ਹਿਰਨ ਨੂੰ ਤੇ ਪਾਣੀ ਉੱਤੇ ਕਰਕੇ ਪਿਲਾ ਦਿੱਤਾ ਤੇ ਮੇਰੀ ਵਾਰੀ ਤੂੰ ਦਰਿਆ ਦਾ ਖੂਹ ਬਣਾ ਦਿੱਤਾ। ਉਹ ਕਹਿੰਦਾ ਭਾਈ ਹਿਰਨ ਨੂੰ ਤੇ ਮੈਂ ਇੰਨੀ ਸ਼ਕਤੀ ਨਹੀਂ ਦਿੱਤੀ ਆਪਣੇ ਦਿਮਾਗ ਨਾਲ ਸੋਚ ਸਕੇ, ਪਰ ਜੋ ਸੌਰੀ ਸੁਹਾਵੀ ਕੋਲ ਮੇਰੇ ਕੋਲ ਆ ਗਈ ਹੈ ਗੋਦੀ ਵਿੱਚ। ਸੋ ਉਹ ਕਹਿੰਦਾ ਪਰ ਤੈਨੂੰ ਤੇ ਮੈਂ ਸ਼ਕਤੀ ਦਿੱਤੀ ਹੈ ਨਾ, ਦਿਮਾਗ ਦੀ ਸ਼ਕਤੀ ਦਿੱਤੀ ਹੈ, ਤੈਨੂੰ ਡੋਲ ਵੀ ਦਿੱਤਾ, ਤੈਨੂੰ ਲੱਜ ਵੀ ਦਿੱਤੀ ਹੈ, ਤੈਨੂੰ ਬਾਲਟੀ ਵੀ ਦਿੱਤੀ ਹੈ। ਤੂੰ ਆਪਣੀ ਲੱਜ ਨੂੰ ਬਾਲਟੀ ਦੇ ਨਾਲ ਬੰਨ ਤੇ ਥੱਲਿਓਂ ਪਾਣੀ ਕੱਢ ਲੈ, ਹਿਰਨ ਨੂੰ ਤੇ ਮੈਂ ਇੰਨੀ ਸ਼ਕਤੀ ਦਿੱਤੀ ਨਹੀਂ। ਸੋ ਬੱਚਿਓ ਜੀ, ਅਸੀਂ ਆਪਣੀ ਐਫਰਟ ਹੈ ਨਾ ਜਿਹੜੀ, ਉਹ ਨਹੀਂ ਛੱਡਣੀ। ਐਫਰਟ ਆਪਣੀ ਹਮੇਸ਼ਾ ਰੱਖਣੀ ਹੈ ਤੇ ਐਫਰਟ ਕਰਦਿਆਂ ਹੋਇਆਂ ਭਰੋਸਾ ਰੱਖਣਾ ਹੈ, ਹਮੇਸ਼ਾ ਭਰੋਸਾ ਰੱਖਣਾ ਹੈ ਕਿ ਗੁਰੂ ਮੇਰੀ ਮਦਦ ਕਰੇਗਾ। ਇਹੀ ਗੱਲਾਂ ਕਰ ਰਹੇ ਸੀ। ਵਿੱਚ ਇੱਕ ਬੱਚਾ ਦੇ ਰਿਹਾ ਸੀ, ਕਮੈਂਟਸ ਦੇ ਰਿਹਾ ਸੀ ਕਿ ਜੇ 40 ਸਿੰਘਾਂ ਨੇ ਚਮਕੌਰ ਦੀ ਗੜੀ ਵਿੱਚ ਲੜਾਈ ਕੀਤੀ ਤਾਂ 10 ਸਿੰਘਾਂ ਨੇ ਸਾਰਾਗੜ੍ਹੀ ਦਾ ਸਾਕਾ ਹੁਣੇ 12 ਸਤੰਬਰ ਨੂੰ ਉਹਦੀ ਐਨੀਵਰਸਰੀ ਸੀ, ਉਹ ਵੀ ਲੰਘਿਆ ਹੈ। ਤਾਂ ਉਸ ਸਮੇਂ ਵੀ 10 ਸਿੱਖਾਂ ਨੇ 21 ਸਿੱਖਾਂ ਨੇ 10,000 ਅਫਗਾਨਾਂ ਦੇ ਨਾਲ ਮੁਕਾਬਲਾ ਕੀਤਾ। ਭਰੋਸਾ ਇਹ ਨਹੀਂ ਕਿ ਅਸੀਂ ਜਿੱਤ ਹੀ ਜਾਵਾਂਗੇ, ਇਹ ਨਹੀਂ ਕਿ ਸਾਡੀ ਜਾਨ ਬਚ ਜਾਏਗੀ, ਕੋਈ ਗੱਲ ਨਹੀਂ। ਭਰੋਸਾ ਹੈ ਗੁਰੂ ਸਾਡੀ ਮਦਦ ਕਰੇਗਾ। ਉਹਦਾ ਭਰੋਸਾ ਲੈ ਕੇ ਤੇ ਇਸ ਬਹਾਦਰੀ ਦੀਆਂ ਕਹਾਣੀਆਂ, ਉਹ ਸਿੱਖ ਜਿਹੜੇ 21 ਸਿੱਖ ਜਾਂ ਉਹ 40 ਸਿੱਖ ਜਿਹੜੇ ਚਮਕੌਰ ਦੀ ਲੜੀ ਵਿੱਚ ਸ਼ਹੀਦੀਆਂ ਪਾ ਗਏ, ਸਰੀਰਕ ਤੌਰ ਤੇ ਸ਼ਹੀਦੀਆਂ ਪਾ ਗਏ, ਪਰ ਸਾਡੇ ਮਨਾਂ ਦੇ ਵਿੱਚ ਅੱਜ ਵੀ ਜ਼ਿੰਦਾ ਹਨ। ਉਹ ਅੱਜ ਵੀ ਸਾਨੂੰ ਇਨਸਪੀਰੇਸ਼ਨ ਦਿੰਦੇ ਹਨ ਕਿ ਕਿਵੇਂ ਅਸੀਂ ਅਕਾਲ ਪੁਰਖ ਦੇ ਉੱਤੇ ਭਰੋਸਾ ਰੱਖ ਕੇ। ਸੋ ਇਸ ਤਰ੍ਹਾਂ ਹੀ ਬੱਚਿਓ, ਜਦੋਂ ਅਸੀਂ ਜ਼ਿੰਦਗੀ ਵਿੱਚ ਵੀ ਕੋਈ ਇਮਤਿਹਾਨ ਪੈਂਦਾ ਹੈ ਤਾਂ ਅਸੀਂ ਇਹ ਭਰੋਸਾ ਰੱਖ ਕੇ ਠਿੱਲ ਪੈਣਾ, ਬਸ ਆਪੇ ਗੁਰੂ ਕੋਈ ਨਾ ਕੋਈ ਰਸਤੇ ਕੱਢਦਾ ਤੇ ਉਸ ਰਸਤੇ ਦੀ ਵੇਟ ਕਰਨੀ ਹੈ। ਤੇ ਜੇ ਨਹੀਂ, ਜੋ ਤੁਹਾਡੇ ਰਿਜ਼ਲਟ ਤੁਹਾਡੇ ਮੁਤਾਬਿਕ ਨਹੀਂ ਨਿਕਲਦੇ, ਤੇ ਤਾਂ ਵੀ ਇਹ ਗੁਰੂ ਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਉਹਦੇ ਵਿੱਚੋਂ ਵੀ ਬੜਾ ਕੁਝ ਲਰਨ ਕਰਦੇ ਹੋ। ਯੂ ਲਰਨ ਟੂ ਬੀ ਸਟਰੋਂਗ, ਯੂ ਲਰਨ ਟੂ ਬੀ ਮੈਂਟਲੀ ਐਂਡ ਫਿਜ਼ੀਕਲੀ ਸਟਰੋਂਗ। ਹੋਰ ਕੁਝ ਨਹੀਂ ਤਾਂ ਇਹ ਤੇ ਤੁਸੀਂ ਸਿੱਖਦੇ ਹੀ ਹੋ ਕਿ ਕਿਵੇਂ ਐਫਰਟ ਕਰਨੀ ਹੈ। ਉਹ ਕਹਿੰਦੇ ਨੇ ਕਿ ਐਫਰਟ ਕਰਨਾ ਜਿਹੜੀ ਸਕਸੈਸ ਅਲਟੀਮੇਟਲੀ ਲੈ ਲੈਣਾ, ਡੈਸਟੀਨੇਸ਼ਨ ਤੇ ਪਹੁੰਚ ਜਾਣਾ, that is not the aim. The aim is to go on a journey. ਤੁਸੀਂ ਉਸ ਜਰਨੀ ਵਿੱਚੋਂ ਲੰਘੇ ਤੇ ਉਸ ਜਰਨੀ ਵਿੱਚੋਂ ਲੰਘਦਿਆਂ ਤੁਸੀਂ ਬਹੁਤ ਕੁਝ ਸਿੱਖਿਆ। ਇਹ ਬੜੀ ਵੱਡੀ ਗੱਲ ਹੈ। So we have always to be keep on moving, keep on making efforts toward the right endeavors. ਠੀਕ ਪਾਸੇ ਚੱਲਦੇ ਹਾਂ, ਅਸੀਂ ਐਫਰਟ ਕਰਦੇ ਰਹਿਣਾ ਤੇ ਉਹਨਾਂ ਐਫਰਟ ਦਾ ਰਿਜ਼ਲਟਸ ਗੁਰੂ ਪਾਤਸ਼ਾਹ ਅੱਜ ਨਹੀਂ ਤਾਂ ਕੱਲ ਦੇਵੇਗਾ ਹੀ। ਗੁਰਬਾਣੀ ਕਹਿੰਦੀ ਇੱਕ ਤਿਲ ਨਹੀਂ ਭੰਨੈ ਘਾਲੇ। ਇਹ ਅਕਾਲ ਪੁਰਖ ਹੈ ਨਾ, ਉਹ ਤੁਹਾਡੀ ਮਿਹਨਤ ਦਾ ਇੱਕ ਤਿਲ ਵੀ ਨਹੀਂ ਭੰਨਦਾ। ਤੁਹਾਨੂੰ ਇੱਕ ਤਿਲ ਵੀ ਜਿਹੜੀ ਤੁਸੀਂ ਮਿਹਨਤ ਕੀਤੀ ਹੁੰਦੀ ਹੈ ਤਿਲ ਦੇ ਬਰਾਬਰ, ਉਹਦੇ ਵਿੱਚੋਂ ਵੀ ਤੁਹਾਨੂੰ ਫਲ ਮਿਲਦਾ ਹੈ। ਸੋ ਇਸ ਐਫਰਟ ਦੇ ਨਾਲ ਵੀ ਹੈਵ ਟੂ ਕੀਪ ਔਨ ਮੂਵਿੰਗ ਐਂਡ ਮੂਵਿੰਗ। ਭਰੋਸਾ ਛੱਡ ਕੇ, ਹਾਰ ਮੰਨ ਕੇ ਨਹੀਂ ਬੈਠ ਜਾਣਾ।
ਇਹਦੇ ਵਿੱਚ ਹੀ ਜ਼ਿੰਦਗੀ ਦੀ ਜਿੱਤ ਹੈ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਤੇ ਅਸੀਂ ਭਰੋਸਾ ਰੱਖਣਾ ਸਿੱਖੀਏ। ਮੈਂ ਆਮ ਤੌਰ ਤੇ ਬੱਚਿਆਂ ਨੂੰ ਇਹ ਗੱਲ ਕਹਿੰਦੀ ਹੁੰਦੀ ਹੈ, ਕੋਟੇਸ਼ਨ ਸੁਣਾਉਂਦੀ ਹੁੰਦੀ ਹਾਂ। ਮੈਂ ਉਸ ਕੋਟੇਸ਼ਨ ਪਾਸੇ ਇਹੀ ਗੱਲ ਕਰਕੇ ਅਸੀਂ ਖਤਮ ਕਰਾਂਗੇ ਕਿ ਉਹ ਗॉड grant me the wisdom to accept the things that I cannot change and to change the things that I can. Give me the courage to change the things that I can and give me the serenity to accept the things I cannot change. And then what is most important is give me the wisdom to know the difference. ऐसी ਜਿਹੜੀਆਂ ਚੀਜ਼ਾਂ ਬਦਲ ਸਕਦੇ ਹਾਂ। ਬਹੁਤ ਔਖਾ ਕੰਮ ਲੱਗਦਾ ਹੈ। ਉਹਨੇ ਗੁਰੂ ਗੋਬਿੰਦ ਸਿੰਘ ਦੇ ਕੋਲ ਨਾ ਕੋਈ ਫੌਜ, ਦੇਖੋ ਅੰਦਾਜ਼ਾ ਲਗਾਓ, ਨਾ ਪਿਤਾ ਸ਼ਹੀਦ ਹੋ ਗਏ ਹੈ ਜੀ, ਭਰਾ ਭੈਣ ਭਰਾ ਹੈ ਕੋਈ ਨਹੀਂ, ਜਿਹੜੇ ਕਜ਼ਨਸ ਨੇ ਉਹ ਦੁਸ਼ਮਣ ਬਣੇ ਹੋਏ ਨੇ, ਗੁਆਂਢੀ ਪਹਾੜੀ ਰਾਜੇ ਦੁਸ਼ਮਣ ਬਣੇ ਹੋਏ ਨੇ, ਮੁਗਲ ਸਰਕਾਰ ਹੈ ਜਿਹੜੀ ਉਹ ਦੁਸ਼ਮਣ ਬਣੀ ਹੋਈ ਹੈ। ਸਾਰੇ ਪਾਸਿਓਂ ਦੁਸ਼ਮਣਾਂ ਨਾਲ ਘਿਰੇ ਹੋਏ ਨੇ ਗੁਰੂ ਸਾਹਿਬ, ਅੰਦਾਜ਼ਾ ਲਗਾਓ। ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ, ਸਾਰੇ ਪਾਸੇ ਦੁਸ਼ਮਣਾਂ ਨਾਲ ਘਿਰੇ ਹੋਏ ਨੇ, ਪਰ ਇੱਕ ਅਕਾਲ ਪੁਰਖ ਤੇ ਭਰੋਸਾ ਰੱਖ ਕੇ ਮੈਂ ਸੱਚ ਦੇ ਲਈ ਜੰਗ ਲੜਨੀ ਹੈ। ਔਰ ਤੁਹਾਡਾ ਕੀ ਖਿਆਲ ਹੈ ਕਿ ਉਹ ਸਫਲ ਨਹੀਂ ਹੋਏ? ਉਹ ਸਫਲ ਹੋਏ। ਬੇਸ਼ੱਕ ਆਮ ਦੁਨੀਆਦਾਰ ਬੰਦਾ ਕਹਿੰਦਾ ਜੀ ਕੀ ਪਾਇਆ ਗੁਰੂ ਗੋਬਿੰਦ ਸਿੰਘ ਨੇ, ਚਾਰੇ ਪੁੱਤਰ ਸ਼ਹੀਦ ਕਰਾ ਲਏ, ਇੰਨੇ ਸਿੰਘ ਸ਼ਹੀਦ ਕਰ ਲਏ, ਆਪਣਾ ਘਰ ਛੱਡਣਾ ਪੈ ਗਿਆ, ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪੈ ਗਿਆ। ਪਰ ਇਹ ਸਾਰਾ ਕੁਝ ਛੱਡ ਕੇ ਪ੍ਰਾਪਤ ਉਹਨਾਂ ਨੇ ਕੀ ਕੀਤਾ ਕਿ ਹਿੰਦੁਸਤਾਨ ਵਿੱਚੋਂ ਮੁਗਲ ਰਾਜ ਦੀ ਜੜ ਪੁੱਟੀ ਗਈ। ਜੇ ਆਵਾਜ਼ ਉਠਾਉਣ ਵਾਲੇ ਨਾ ਹੁੰਦੇ ਤਾਂ ਜੜ ਨਾ ਪੁੱਟੀ ਜਾਂਦੀ। ਸੋ ਇਹ ਗੁਰੂ ਸਾਹਿਬ ਦਾ ਅਕਾਲ ਪੁਰਖ ਤੇ ਭਰੋਸਾ ਹੀ ਸੀ ਕਿ ਇਹ ਲਾੜ ਲਡਾਇਆ ਉਹਨਾਂ ਨੇ ਦੇ ਨਾਲ ਤੇ ਅਕਾਲ ਪੁਰਖ ਨੇ ਉਹਨੂੰ ਜਿੱਤ ਬਖਸ਼ੀ। ਕੋਈ ਗੱਲ ਨਹੀਂ, ਕੋਈ ਐਫਰਟਸ, ਕੋਈ ਸਾਡੇ ਸਾਰੇ ਰਸਤੇ ਬੰਦ ਹੋ ਗਏ ਹਨ ਤਾਂ ਵੀ ਰਸਤਾ ਗੁਰੂ ਸਾਹਿਬ ਇੱਕ ਸਿਲਵਰ ਲਾਈਨਿੰਗ ਇਨ ਦ ਡਾਰਕ ਕਲਾਊਡਸ ਤੁਹਾਨੂੰ ਨਜ਼ਰ ਆ ਹੀ ਜਾਂਦੀ ਹੈ ਜੇ ਅਸੀਂ ਭਰੋਸਾ ਰੱਖੀਏ। ਸੋ ਆਓ ਅਰਦਾਸ ਦੇ ਵਿੱਚ ਅਸੀਂ ਰੋਜ਼ ਗੁਰੂ ਦੇ ਕੋਲੋਂ ਭਰੋਸਾ ਦਾਨ ਮੰਗੀਏ, ਵਿਵੇਕ ਦਾਨ। ਇਹ 7 ਦਾਨ ਸਮਝਣੇ ਬਹੁਤ ਜ਼ਰੂਰੀ ਹਨ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ ਤੇ ਸਭ ਤੋਂ ਵੱਡਾ ਦਾਨ ਕੀ ਹੈ? ਦਾਨਾ ਸਿਰ ਦਾਨ। ਸਾਰੇ ਦਾਨਾਂ ਵਿੱਚੋਂ ਉੱਚਾ ਦਾਨ ਕੀ ਹੈ? ਨਾਮਦਾਨ ਦੀ ਅਰਦਾਸ ਕਰਨਾ। ਸੋ ਅਸੀਂ ਵਾਰੀ ਵਾਰੀ ਇਹਨਾਂ ਸਾਰਿਆਂ ਦੀ ਗੱਲ ਕਰਾਂਗੇ, ਨਾਮਦਾਨ ਦੀ ਵੀ ਗੱਲ ਕਰਾਂਗੇ, ਅਸੀਂ ਰਹਿਤ ਦਾਨ ਦੀ ਵੀ ਗੱਲ ਕਰਾਂਗੇ, ਸਿੱਖੀ ਦਾਨ ਦੀ ਗੱਲ ਵੀ ਕਰਾਂਗੇ। ਤੇ ਅਸੀਂ ਲੈਟਸ ਹੋਪ ਅਸੀਂ ਇਹਨਾਂ ਗੱਲਾਂ ਕਰਦੇ ਕਰਦੇ ਅਸੀਂ ਆਪ ਵੀ ਸਿੱਖੀ ਦੇ ਧਾਰਨੀ ਹੋਈਏ। ਬੱਚਿਓ ਸਿੱਖੀ ਦਾ ਨਾਮ ਲੈਣਾ ਬੜਾ ਸੌਖਾ ਹੈ, ਅਸੀਂ ਸਾਰੇ ਕਹਿਣ ਸਿੱਖਾਂ, ਬਲਕਿ ਅਸੀਂ ਸਿੱਖੀ ਕਮਾ ਰਹੇ ਹਾਂ, ਇੱਕ ਬੜਾ ਵੱਡਾ ਕੁਐਸਚਨ ਹੈ। ਸੋ ਆਓ ਆਪਾਂ ਸਿੱਖੀ ਦਾਨ ਮੰਗੀਏ ਤੇ ਇਸ ਅਰਦਾਸ ਦੇ ਨਾਲ ਅਸੀਂ ਅੱਜ ਦੀ ਕਲਾਸ ਖਤਮ ਕਰਦੇ ਹਾਂ। ਅਸੀਂ ਇਹ ਅਰਦਾਸ ਕਰਦੇ ਰਵਾਂਗੇ, ਚਲਦੀ ਰਹੇਗੀ ਇਹ ਕਲਾਸ। ਤੇ ਮੈਂ ਚਾਹਾਂਗੀ ਕਿ ਬੱਚੇ ਵੀ, ਯੰਗ ਬੱਚੇ ਜਿਹੜੇ ਨੇ ਉਹ ਵੀ ਇਸ ਟੌਪਿਕ ਤੇ ਬੋਲਣ ਤੇ ਸਾਨੂੰ ਬਹੁਤ ਅੱਛਾ ਲੱਗੇਗਾ। ਮੈਂ ਇੱਕ ਵਾਰੀ ਫਿਰ ਕੁਲਵਿੰਦਰ ਕੌਰ ਜੀ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਅੱਛੀਆਂ ਅੱਛੀਆਂ ਗੱਲਾਂ ਆ ਕੇ ਦੱਸੀਆਂ ਤੇ ਮੈਨੂੰ ਯਕੀਨ ਹੈ ਅੱਗੇ ਵੀ ਜਦੋਂ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਉਹ ਬੱਚਿਆਂ ਨਾਲ ਆ ਕੇ ਨਵੀਆਂ ਨਵੀਆਂ ਗੱਲਾਂ, ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਰਹਿਣਗੇ, ਜਿਵੇਂ ਉਹ ਆਪਣੇ ਬੱਚਿਆਂ ਨੂੰ। ਬਹੁਤ ਬਹੁਤ ਧੰਨਵਾਦ ਜੀ ਜੋਤੀ ਭੈਣ ਜੀ, ਬਹੁਤ ਬਹੁਤ ਧੰਨਵਾਦ। ਸੋ ਵੀ ਵਿਲ ਕੀਪ ਔਨ ਮੀਟਿੰਗ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।